ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਬਿਠਾਇਆ। ਪਿਛਲਾ ਸਾਰਾ ਹਫਤਾ ਸੰਭਾਲਿਆ, ਮਦਦ, ਨਿਗਹਿਬਾਨੀ, ਰਖਵਾਲੀ ਸਾਡੇ ਸਾਰਿਆਂ ਦੀ ਪ੍ਰਭੂ ਨੇ ਕੀਤੀ ਆ। ਪ੍ਰਭੂ ਦੀਆਂ ਸਾਰੀਆਂ ਭਲਾਈਆਂ ਨੂੰ ਯਾਦ ਕਰਕੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਪਰਮੇਸ਼ਰ ਦਾ ਵਚਨ ਅਸੀਂ ਸੁਣ ਲਈ ਜਾ ਰਹੇ ਹਾਂ। ਪਿਛਲੇ ਦਿਨਾਂ 'ਚ ਅਸੀਂ ਜੋ ਵਿਸ਼ਾ ਸਿੱਖਦੇ ਆ ਰਹੇ ਹਾਂ, ਅਜਮਾਇਸ਼ਾਂ ਅਤੇ ਪਰਤਾਵੇ 'ਚ ਕੀ ਫਰਕ ਆ। ਮਸੀਹੀ ਜਦੋਂ ਅਜਮਾਇਸ਼ ਅਤੇ ਪਰਤਾਵੇ ਨੂੰ ਨਹੀਂ ਸਮਝਦੇ ਅਤੇ ਫਿਰ ਜਦੋਂ ਇਹਦਾ ਕੌੜਾ ਫਲ ਉਹ ਖਾਂਦੇ ਨੇ ਅਤੇ ਫਿਰ ਪਰਮੇਸ਼ਰ 'ਤੇ ਦੋਸ਼ ਲਾਉਂਦੇ ਨੇ। ਇਸ ਕਰਕੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਦੇ ਨਾਲ ਅਸੀਂ ਇਹਨਾਂ ਵਚਨਾਂ ਨੂੰ ਆਪਣੀ ਕਲੀਸਿਆ ਨੂੰ, ਆਪਣੇ ਲੋਕਾਂ ਨੂੰ ਜੋ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜਮਾਇਸ਼ ਔਰ ਪਰਖ ਦੇ ਵਿੱਚ ਅੰਤਰ ਕੀ ਆ। 2 ਪਾਠ ਅਸੀਂ ਕਰ ਚੁੱਕੇ ਹਾਂ ਜੀ, ਤੀਸਰਾ ਇਹਦਾ ਪਾਠ ਅਸੀਂ ਸੁਣ ਲਈ ਜਾ ਰਹੇ ਹਾਂ। ਤੋ ਅੱਜ ਦੇ ਧਿਆਨ ਦੇ ਲਈ ਅਸੀਂ ਪੜ੍ਹਾਂਗੇ ਯਾਕੂਬ ਦੀ ਪੱਤਰੀ 1 ਬਾਬ ਉਹਦਾ 19 ਤੋਂ ਲੈ ਕੇ 21 ਵਚਨ ਤੱਕ। 19, 20, 21 ਇਹ 3 ਆਇਤਾਂ 'ਤੇ ਅੱਜ ਅਸੀਂ ਗੌਰ ਕਰਾਂਗੇ। ਯਾਕੂਬ ਦੀ ਪੱਤਰੀ 1 ਬਾਬ 19 ਆਇਤ ਤੋਂ ਲੈ ਕੇ 21 ਆਇਤ ਤੱਕ। ਹਾਂਜੀ। ਇਹ ਤਾਂ ਤੁਸੀਂ ਜਾਣਦੇ ਹੋ ਹੇ ਮੇਰੇ ਪਿਆਰੇ ਭਰਾਵੋ, ਪਰ ਹਰੇਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ, ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੇ ਧਰਮ ਦਾ ਕੰਮ ਨਹੀਂ ਕਰਦਾ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਵਚਨ ਨੂੰ, ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਓ। ਬਾਈ ਪੜ੍ਹ ਦਿਓ। ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਹਾਂਜੀ, ਹੁਣ ਹਿੰਦੀ 'ਚ ਇਹਦਾ 19 ਵਚਨ ਪੜ੍ਹ ਦਿਓ। हे मेरे प्रिय भाइयों, ये बात तुम जान लो, हर एक मनुष्य सुनने के लिए तत्पर और बोलने में धीर और क्रोध में धीमा हो। ਹੁਣ ਇੱਥੇ ਜੋ 19 ਆਇਤ ਦੇ ਵਿੱਚ ਪਰਮੇਸ਼ਰ ਦਾ ਦਾਸ ਕੁਝ ਗੱਲਾਂ ਦੱਸ ਰਿਹਾ ਆ ਕਿ ਇੱਕ ਵੱਧ ਰਹੇ ਮਸੀਹੀ ਦੇ ਵਿੱਚ, ਜਾਂ ਇੱਕ ਮਸੀਹੀ ਜੋ ਪਰਮੇਸ਼ਰ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ ਆ, ਉਹਦੇ ਵਿੱਚ ਖਾਸ ਕਰਕੇ 3 ਗੁਣ ਹੋਣੇ ਚਾਹੀਦੇ ਨੇ। ਨੰਬਰ 1 ਗੁਣ ਆ, ਉਹ ਸੁਣਨ ਵਿੱਚ ਕਾਲਾ ਹੋਵੇ ਜਾਂ ਸੁਣਨ ਵਿੱਚ ਤੇਜ਼ ਹੋਵੇ। ਪੜੋ ਦੁਬਾਰਾ ਹਿੰਦੀ 'ਚ। हे मेरे प्रिय भाइयों, हाँ। ये बात तुम जान लो, ਕਹਿੰਦਾ ਇਹ ਗੱਲ ਤੁਸੀਂ ਜਾਣ ਲਓ, हर एक मनुष्य सुनने के लिए तत्पर। ਕਹਿੰਦਾ ਹਰ ਇੱਕ ਵਿਸ਼ਵਾਸੀ ਸਭ ਤੋਂ ਪਹਿਲਾਂ ਆਪਣੇ ਅੰਦਰ ਇਹ ਗੁਣ ਪੈਦਾ ਕਰੇ ਕਿ ਉਹ ਸੁਣਨ ਨੂੰ ਕਾਲਾ ਹੋਵੇ, ਸੁਣਨ ਨੂੰ ਤੇਜ਼ ਹੋਵੇ, ਸੁਣਨ ਲਈ ਤਤਪਰ ਹੋਵੇ। ਹਾਂ, ਔਰ ਦੂਸਰੀ ਕੁਆਲਿਟੀ ਕੀ ਹੋਵੇ? और बोलने में धीर। ਔਰ ਬੋਲਣ ਦੇ ਵਿੱਚ ਧੀਰ, ਕਾਲੀ ਨਾ ਕਰੇ, ਛੇਤੀ ਨਾ ਕੁਝ ਨਾ ਬੋਲਦੇ, ਜਾਂਚੇ ਪਰਖੇ ਤੋਲੇ ਤੇ ਫੇਰ ਬੋਲੇ। ਸੁਣਨ ਦੇ ਵਿੱਚ ਕਾਲਾ, ਸੁਣੋ, ਸ਼ਤਾਬੀ ਦੇ ਨਾਲ ਸੁਣੋ, ਸੁਣਨ ਵਿੱਚ ਤੇਜ਼ ਹੋਵੋ। ਜਿਸ ਗੱਲ 'ਚ ਅਸੀਂ ਤੇਜ਼ ਹੋਣਾ ਆ ਉਹ ਆ ਸੁਣਨਾ। ਅਸੀਂ ਸੁਣਨ 'ਚ ਤੇਜ਼ ਬਣਨਾ ਔਰ ਬੋਲਣ ਦੇ ਵਿੱਚ ਕੀ ਬਣਨਾ ਆ? ਧੀਰ ਜਾਂ ਧੀਮੇ। ਹਾਂ, और क्रोध में धीमा हो। ਔਰ ਕ੍ਰੋਧ ਵਿੱਚ ਵੀ ਕੀ ਹੋਈਏ? ਧੀਮੇ ਹੋਈਏ। ਇਹ 3 ਗੱਲਾਂ ਦਾ ਇੱਕ ਵਿਸ਼ਵਾਸੀ ਨੂੰ ਆਪਣੇ ਜੀਵਨ ਦੇ ਵਿੱਚ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਕਿ ਤੁਸੀਂ ਇੱਕ ਵਿਸ਼ਵਾਸੀ, ਇੱਕ ਮਸੀਹੀ ਹੋ, ਤੇ ਹਰ ਇੱਕ ਮਸੀਹੀ ਦੀ ਗਾਈਡਲਾਈਨ, ਹਰ ਇੱਕ ਮਸੀਹੀ ਨੂੰ ਸਿਖਾਉਣ ਵਾਲਾ ਇਹ ਪਰਮੇਸ਼ਰ ਦਾ ਵਚਨ ਆ ਕਿ ਇੱਕ ਮਸੀਹੀ ਨੇ ਆਪਣੇ ਜੀਵਨ ਦੇ ਵਿੱਚ ਕਿਹੜੇ ਤਰੀਕੇ ਨਾਲ ਚੱਲਣਾ, ਕਿਸ ਤਰ੍ਹਾਂ ਦੀ ਉਹਦੀ ਜੀਵਨ ਸ਼ੈਲੀ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦਾ ਉਹਦਾ ਲਾਈਫ ਸਟਾਈਲ ਹੋਣਾ ਚਾਹੀਦਾ। ਉਹਦੇ ਵਿੱਚ ਸਭ ਤੋਂ ਪਹਿਲੀਆਂ ਕੁਆਲਿਟੀਆਂ ਕੀ ਹੋਣੀਆਂ ਚਾਹੀਦੀਆਂ ਨੇ ਕਿ ਇੱਕ ਵਿਸ਼ਵਾਸੀ ਜਾਂ ਇੱਕ ਮਸੀਹੀ ਸਭ ਤੋਂ ਪਹਿਲਾਂ ਆਪਣੇ ਬੋਲਣ ਤੇ ਕੀ ਹੋਵੇ? ਬੋਲਣ ਤੇ ਧੀਮਾ, ਔਰ ਸੁਣਨ ਦੇ ਵਿੱਚ ਕੀ ਹੋਵੇ? ਸੁਣਨ 'ਚ ਕਾਲਾ, ਬੋਲਣ 'ਚ ਧੀਮਾ ਤੇ ਗੁੱਸੇ ਦੇ ਵਿੱਚ ਵੀ ਧੀਮਾ। ਪਰ ਸਾਡਾ ਉਲਟਿਆ ਇਹਦੇ ਵਿੱਚ। ਅਸੀਂ ਕਿਸੇ ਦੀ ਸੁਣਨਾ ਪਸੰਦ ਨਹੀਂ ਕਰਦੇ। ਅਸੀਂ ਸੁਣਨਾ ਨਹੀਂ ਚਾਹੁੰਦੇ, ਅਸੀਂ ਬੋਲਣਾ ਚਾਹੁੰਦੇ ਹਾਂ। ਅਸੀਂ ਉਪਦੇਸ਼ ਸੁਣਨਾ ਨਹੀਂ ਚਾਹੁੰਦੇ, ਅਸੀਂ ਦੂਸਰਿਆਂ ਨੂੰ ਉਪਦੇਸ਼ ਦੇਣਾ ਚਾਹੁੰਦੇ ਹਾਂ। ਅੱਜ ਦੇ ਜ਼ਮਾਨੇ 'ਚ ਤੁਸੀਂ ਦੇਖ ਸਕਦੇ ਹੋ, ਹਰ ਕੋਈ ਆਪਣੇ ਆਪ ਨੂੰ ਉਪਦੇਸ਼ਕ ਦੱਸਦਾ, ਹਰ ਕੋਈ ਆਪਣੇ ਆਪ ਨੂੰ ਪਾਸਟਰ ਦੱਸਦਾ, ਹਰ ਕੋਈ ਆਪਣੇ ਆਪ ਨੂੰ ਇਵੈਂਜਲਿਸਟ ਦੱਸਦਾ।
पर मेरे प्यारिओ वचन कहता तुहाडा उपदेशक बनन तो पहला, तुहानू इवेंजलिस्ट बनन तो पहला खुद सीखना भी जरूरी आ। जेकर तुसी सुनोगे नहीं, परमेश्वर के वचन नू सुनोगे नहीं, तुसी की कर सुनाओगे। जेकर तुसी सुनन दे विच अच्छे हो, तुसी सुनाउण विच भी अच्छे होवोगे। बाकी गल आउंदी साडे आत्मिक जीवन दी। साडे आत्मिक जीवन दे विच परमेश्वर की कहंदा, सानू कदे भी अपने जबान विचों काली नाल कुछ नहीं कह देना। बोलण दे विच कदे काली नहीं करनी, सुनन दे विच धीमे, सुनन दे विच तेज होना आ, और गुस्से दे विच की करना आ, बिल्कुल स्टॉप, फुल स्टॉप लगा होना चाहिए। यह आ एक विश्वासी दियां निशानियां। ते याकूब इन्हां गुणां दे बारे क्यों चिंता करदा आ, क्यों कहंदा आ कि असी जां साडे विश्वासियां दे विच ये तिन्हां गुणां दा जो होना जरूरी आ। एक विश्वासी सुनन च काला होवे, एक विश्वासी बोलन च धीमा होवे, एक विश्वासी गुस्से दे विच भी की होवे, स्लो। धीमा बोलन च धीमा नहीं कहण दा मतलब धीर, संयम वाला, और गुस्से विच धीमा होवे। सुनन च काला, बोलन दे विच धीर, और गुस्से दे विच धीमा। ये तीन क्वालिटियां सानू साडे जीवन दे विच अपनाउण दी जरूरत है। क्यों परमेश्वर दा दास इन्हां गल्लां ते जोर दे रहा? क्यों? क्योंकि जदों असी परतावे दा सामना करदे आ ना, जदों अजमाइश च चलदे चलदे परतावा साडे जीवन च आउंदा आ, ते सानू इन्हां तिन्नां गल्लां नूं उलटण दी आदत आ। साडे जीवन दे विच परतावे दे समय ये तीन गल्लां उलट हो जांदियां ने। तुसीं जाणदे हो बाइबल दे विच जदों असीं पढ़दे आ, लाजर मर गया, ओदियां भैणां मरियम ते मार्था यीशु मसीह दा इंतजार करदी रहीआं। एक बार ओदियां भैणां नूं प्रभु यीशु मसीह ने कहा सी कि तुसीं मेरे ते विश्वास करदियां, तुसीं एक नेचा दा काम देखोगे अपने जीवन दे विच। उन्हां दा भरा मर गया, यीशु मसीह आ रहा, एक भैन कहती प्रभु जे तू इत्थे हुंदा साडा भरा की ना हुंदा, ना मरदा। यीशु मसीह कहा मैं आ गया, कोई नहीं, क्यामत दे दिन की करेंगी उन्होंने, तू वेखेंगी। वो कहती क्यामत दे, हाँ सानू पता क्यामत दे दिन की करांगे असीं उन्होंने वेखांगे। हुण वो यीशु मसीह दे यीशु जिथे उन्होंने सुनना चाहिए उत्थे ज्यादा बोल रही है। क्यामत कौन आ? वो किहड़ी क्यामत नूं उडीक रही है? क्यामत आ रही है ना, यीशु मसीह ही। आदि भी यीशु मसीह है ते अंत भी कौन आ? यीशु मसीह के सामने वो कह रही है क्यामत नूं असीं उहनूं एक दिन जिंदा होया वेख लांगे, पर यीशु मसीह ते हुणे जिंदा करन लगा सी उहनूं। इस कारण कई ऐसियां उदाहरणां ने जिहड़ियां असीं इस जीवन च उल्ट करदे आ, खास करके जदों साडे ते परतावा आउंदा आ। परतावे च याद रखो ये तिन्ने क्वालिटियां उल्ट हो जांदियां ने। क्यों? क्योंकि परमेश्वर कहंदा तुसीं सुणन दे विच काले नहीं पैना। सुभाਅ तो ही जां अपनी इस जेनेटिक प्रवृत्ति तो ही साडा सुभाਅ आ कि सानू सुनना चंगा नहीं लगता। सानू की नहीं लगता? सुनना चंगा नहीं लगता। ते शैतान साडी यही आदत का फायदा उठाउंदा आ। ते शैतान दे बारे की लिखिया? जदों शैतान दे बारे एक खास गल, खास टिप्पणी परमेश्वर दे वचन जो पढ़दे हैं ना, उत्थे लिखिया वो की सी? वो झूठा ते झूठियां दा ते अपनियां ही की करदा सी? अपनियां बक-बक करदा, अपनियां ही गल्लां करदा आ। वो किसे दी नहीं सुनदा। जेकर तुसीं अज तुहानूं अपनियां ही हक्कण दी आदत है ना, तुहानूं अपनियां गल्लां करन दी आदत है, किसी दी नहीं सुनदे, ते तुसीं शैतान दा एक बहुत वड्डा हथियार जे। क्योंकि शैतान दी क्वालिटी भी इहो ही आ, वो किसी दी सुनदा नहीं, वो सिर्फ अपनी सुणाउंदा आ। क्यों? परमेश्वर दा दास कहंदा साडे विच ये गल्लां होणीਆਂ ਚਾਹੀਦੀਆਂ, क्योंकि एक दिन जदों परतावे नूं असीं परतावे दे विच पवांगे, ये गल्लां 'च खरे रवांगे, एक दिन परतावे नूं सह भी लवांगे। ते लिखिया जो तुसीं परतावे नूं सहोगे ते जीवन दा मुक्ति की करेगा? तुहानूं मिलेगा। इस कारण शैतान साडी इस गलती दा जां इस आदत दा की करदा आ? फायदा उठाउंदा आ। शैतान ने भी यीशु मसीह नूं, जदों यीशु मसीह अपने पिता की मर्जी के नाल उपवास कर रहे सी, शैतान ने यीशु मसीह नूं कहा इहड़ा पत्थरां नूं कह की बन जाण, पर यीशु मसीह ने की कहा? उन्हें किहदी सुनी सी? उन्हें अपने पिता परमेश्वर की सुनी सी। वो कित्थे सी गल्लां? ये जो व्यवस्था च लिखियां सी। शैतान आके अपनियां ही गल्लां करदा, तुसीं अपने किसी मकसद च होवोगे। याद रखो
ਅਜਮਾਇਸ਼ 'ਚ ਤੁਸੀਂ ਆਪਣੇ ਕਿਸੇ ਮਕਸਦ 'ਚ ਜਾ ਰਹੇ ਹੋ, ਕੋਈ ਨਿਸ਼ਾਨਾ ਆ, ਜਿਸ ਨਿਸ਼ਾਨੇ ਦੇ ਵੱਲ ਤੁਸੀਂ ਦੱਬੀ ਜਾ ਰਹੇ ਹੋ, ਵੱਧਦੇ ਜਾ ਰਹੇ ਹੋ, ਸ਼ੈਤਾਨ ਆ ਕੇ ਤੁਹਾਡੇ ਜੀਵਨ 'ਚ ਆਪਣੀਆਂ ਗੱਲਾਂ ਤੁਹਾਡੇ ਨਾਲ ਕਰੇਗਾ, ਉਹ ਆਪਣੀਆਂ ਹੀ ਅੱਕੇਗਾ, ਉਹ ਆਪਣੀਆਂ ਚਲਾਉਣ ਦੀਆਂ ਕੋਸ਼ਿਸ਼ਾਂ ਕਰੇਗਾ। ਇੱਥੇ ਵੀ ਸ਼ੈਤਾਨ ਨੂੰ ਪਤਾ ਸੀ ਯਿਸੂ ਮਸੀਹ ਨੂੰ ਭੁੱਖ ਲੱਗੀ ਹੈ, ਲਿਖਿਆ ਉੜ ਕੇ ਜਦੋਂ ਉਹਨੂੰ ਕੀ ਲੱਗੀ, ਭੁੱਖ ਲੱਗੀ, ਤੋ ਸ਼ੈਤਾਨ ਆਇਆ ਕਿ ਆ ਕੇ ਉਹਨੂੰ ਪਰਤਾਵੇ। ਇਸੇ ਤਰ੍ਹਾਂ ਤੁਹਾਡੇ ਜੀਵਨ 'ਚ ਤੁਹਾਡੀ ਕਮੀ ਨੂੰ ਦੇਖ ਕੇ ਸ਼ੈਤਾਨ ਤੁਹਾਡੇ ਨਾਲ ਗੱਲਾਂ ਕਰੇਗਾ। ਜੇਕਰ ਤੁਸੀਂ ਉਹਦੀਆਂ ਗੱਲਾਂ ਨੂੰ ਸੁਣ ਲਿਆ, ਜੇਕਰ ਉਹਦੀਆਂ ਗੱਲਾਂ ਤੇ ਮਨ ਲਾ ਲਿਆ, ਤੇ ਤੁਸੀਂ ਆਪਣੇ ਪਰਤਾਵੇ 'ਚ ਕੀ ਹੋ ਜਾਵੋਗੇ, ਡਿੱਗ ਜਾਓਗੇ ਤੇ ਜੀਵਨ ਦਾ ਕੌੜਾ ਫਲ, ਮੌਤ ਦਾ ਫਲ ਭੋਗੋਗੇ। ਇਸ ਕਾਰਨ ਜ਼ਰੂਰੀ ਆ ਯਿਸੂ ਦੀ ਤਰ੍ਹਾਂ ਜਦੋਂ ਅਸੀਂ ਆਪਣੇ ਮਕਸਦ ਤੇ ਆ, ਯਿਸੂ ਦੀ ਤਰ੍ਹਾਂ ਜਦੋਂ ਅਸੀਂ ਆਪਣੇ ਰਾਹ ਤੇ ਚੱਲ ਰਹੇ ਆ, ਸਾਨੂੰ ਸ਼ੈਤਾਨ ਦੀ ਆਵਾਜ਼ ਸੁਣਨ ਦੀ ਬਜਾਏ ਯਿਸੂ ਮਸੀਹ ਦੀ ਆਵਾਜ਼ ਸੁਣਨ ਦੀ ਜ਼ਰੂਰਤ ਆ। ਵਚਨ ਕੀ ਕਹਿੰਦਾ, ਪੜ੍ਹਦੇ ਆ ਜੀ, ਰੋਮੀਆਂ 10 ਬਾਬ ਉਹਦਾ 16, 17 ਔਰ 18 ਵਚਨ ਪੜ੍ਹੀਏ। ਰੋਮੀਆਂ 10 ਬਾਬ 16 ਤੋਂ ਲੈ ਕੇ 18 ਤੱਕ। ਪਰ ਸਭਨਾਂ ਨੇ ਇਹ ਖੁਸ਼ਖਬਰੀ ਨੂੰ ਨਹੀਂ ਮੰਨਿਆ, ਕਿਉਂ ਜੋ ਯਸ਼ਾਇਆ ਕਹਿੰਦਾ ਹੈ। ਖਾਸ ਕਰਕੇ ਜਦੋਂ ਤੁਸੀਂ ਪਰਖ ਦੇ ਵਿੱਚ ਜਾ ਰਹੇ ਹੋ, ਪਰਤਾਵਾ ਤੁਹਾਡੇ ਜੀਵਨ 'ਚ ਆ ਜਾਵੇ, ਤੇ ਤੁਹਾਨੂੰ ਕਿਹੜੀ ਆਵਾਜ਼ ਸੁਣਨ ਲਈ ਕਾਲੇ ਪੈਣ ਦੀ ਲੋੜ ਆ? ਉਹ ਆ ਪ੍ਰਭੂ ਯਿਸੂ ਮਸੀਹ ਦੀ ਆਵਾਜ਼। ਹਾਂਜੀ, ਕਿਉਂ ਜੋ ਯਸ਼ਾਇਆ ਕਹਿੰਦਾ ਹੈ, ਹੇ ਪ੍ਰਭੂ ਸਾਡੇ ਸੁਨੇਹੇ ਦੀ ਕਿੰਨ ਪ੍ਰਤੀਤ ਕੀਤੀ। ਹਾਂ, ਕਹਿੰਦਾ ਯਸ਼ਾਇਆ ਕਹਿੰਦਾ ਸਾਡੇ ਪ੍ਰਚਾਰ ਦੀ ਕਿੰਨੇ ਪ੍ਰਤੀਤ ਕੀਤੀ। ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਕਹਿੰਦਾ ਵਿਸ਼ਵਾਸ ਕਦੋਂ ਵਧੇਗਾ? ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਕੀ ਕਰੋਗੇ, ਸੁਣੋਗੇ। ਹੁਣ ਪ੍ਰਭੂ ਦੀ ਆਵਾਜ਼ ਨੂੰ ਪਹਿਚਾਨਣ ਦਾ ਤਰੀਕਾ ਕੀ ਆ? ਕਈ ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਆ, ਸਾਨੂੰ ਸਮਝ ਨਹੀਂ ਲੱਗਦੀ ਇਹ ਪ੍ਰਭੂ ਦੀ ਆਵਾਜ਼ ਆ, ਮੇਰੀ ਆਵਾਜ਼ ਆ, ਜਾਂ ਸ਼ੈਤਾਨ ਦੀ ਆਵਾਜ਼ ਆ। ਪਰਮੇਸ਼ਰ ਦੀ ਆਵਾਜ਼ ਨੂੰ ਪਹਿਚਾਨਣ ਦਾ ਤਰੀਕਾ ਕੀ ਆ? ਉਹਦੀ ਆਵਾਜ਼, ਪਰਮੇਸ਼ਰ ਦੀ ਆਵਾਜ਼ ਵਚਨ ਦੇ ਨਾਲ ਮੇਲ ਖਾਂਦੀ ਆ। ਪਰਮੇਸ਼ਰ ਦੀ ਆਵਾਜ਼ ਵਚਨਾਂ ਦੇ ਦੁਆਰਾ ਹੁੰਦੀ ਆ। ਜਦੋਂ ਮੂਸਾ ਇਸਰਾਏਲੀਆਂ ਨੂੰ ਮਿਸਰ ਦੇਸ਼ ਚੋਂ ਬਾਹਰ ਕੱਢ ਕੇ ਲੈ ਕੇ ਆ ਰਿਹਾ, ਲਿਖਿਆ ਲਾਲ ਸਮੁੰਦਰ ਅੱਗੇ ਆ ਗਿਆ, ਪਿੱਛੇ ਮਿਸਰ ਦੀਆਂ ਸੈਨਾ, ਅੱਗੇ ਲਾਲ ਸਮੁੰਦਰ, ਔਰ ਵਿੱਚ ਇਸਰਾਏਲੀ ਲੋਕ ਫਸ ਗਏ। ਉਸ ਸਮੇਂ ਵੀ ਜੇਕਰ ਵੇਖਿਆ ਜਾਏ ਤੇ ਇਸਰਾਏਲੀ ਲੋਕ ਵੀ 3 ਆਵਾਜ਼ਾਂ ਦਾ ਅਨੁਭਵ ਕਰ ਰਹੇ ਨੇ, 3 ਆਵਾਜ਼ਾਂ ਨੂੰ ਆਪਣੇ ਜੀਵਨ 'ਚ ਮਹਿਸੂਸ ਕਰ ਰਹੇ। ਪਿੱਛੋਂ ਫਿਰੌਨ ਦੀ ਸੈਨਾ ਦੇ ਦੁਆਰਾ ਆ ਰਹੀ ਆਵਾਜ਼ ਕੀ ਆ? ਅੱਜ ਤੁਸੀਂ ਬਚੋਗੇ ਨਹੀਂ, ਅੱਜ ਤੁਸੀਂ ਖਤਮ ਹੋ ਜਾਓਗੇ। तो शैतान भी आके कहता होगा अपने आप ਨੂੰ ਉਹਨਾਂ ਦੇ ਅੱਗੇ ਸਰੈਂਡਰ ਕਰ ਦਿਓ, ਜਾਂ ਤੇ ਵਾਪਸ ਚਲੇ ਜਾਓ ਜਾਂ ਮਰਨ ਲਈ ਕੀ ਹੋ ਜਾਓ। ਇੱਕ ਉਹ ਮਸੀਹ ਨੇ ਜਿਹੜੇ ਵਾਪਸ ਚਲੇ ਜਾਂਦੇ ਨੇ ਮੌਤ ਦੇ ਡਰ ਤੋਂ, ਕਿਹਦੇ ਡਰ ਤੋਂ ਬਚ ਕੇ? ਮੌਤ ਦੇ ਡਰ ਤੋਂ। ਮੌਤ ਦੇ ਡਰ ਤੋਂ ਬਚ ਕੇ ਫਿਰ ਸ਼ੈਤਾਨ ਦੀ ਗੋਸ਼ ਦੇ ਵਿੱਚ ਪਤਾ ਨਹੀਂ ਕਿ ਅਸਲੀ ਮੌਤ ਤੇ ਹੋਣ ਵਾਲੀ ਹੈ। ਉੱਥੇ ਪਾਪ ਦਾ ਜੀਵਨ ਬਤੀਤ ਕਰਾਂਗੇ, ਮੌਤ ਸਾਡੇ ਜੀਵਨ ਚ ਆਵੇਗੀ। ਕੁਝ ਮਸੀਹ ਇਹ ਨੇ ਜਿਹੜੇ ਸ਼ੈਤਾਨ ਦੀ ਵੀ ਨਹੀਂ ਮੰਨਦੇ ਤੇ ਪਰਮੇਸ਼ਰ ਦੀ ਆਵਾਜ਼ ਵੀ ਨਹੀਂ ਸੁਣਦੇ। ਉਹ 2 ਨੰਬਰ ਵਾਲੇ ਮਸੀਹ ਜਿਹੜੇ ਵਿੱਚ ਖਲੋਤੇ ਨੇ, ਉੱਥੇ ਉਹ ਆਪਣੇ ਮਨ ਦੀ ਕਰਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਅਸੀਂ ਅੱਗੇ ਵੀ ਨਹੀਂ ਵੱਧ ਸਕਦੇ ਔਰ ਪਿੱਛੇ ਵੀ ਨਹੀਂ ਜਾਣਾ, ਸ਼ੈਤਾਨ ਕੋ ਵਾਪਸ ਨਹੀਂ ਜਾਣਾ। ਆਪਾਂ ਕੁਝ ਸੱਜੇ ਖੱਬੇ ਦਾ ਹੱਲ ਕੱਢਦੇ ਆ। ਉੱਥੇ ਉਸ ਜਗ੍ਹਾ ਨੂੰ ਦੇਖੀਏ, ਅੱਗੇ ਲਾਲ ਸਮੁੰਦਰ ਸੀ, ਪਿੱਛੇ ਮਿਸਰ ਦੀਆਂ ਫੌਜਾਂ ਸੀ ਔਰ ਆਸੇ-ਪਾਸੇ ਜੰਗਲ ਸੀ। ਕੁਝ ਲੋਕ ਸੋਚ ਰਹੇ ਹੋਣਗੇ ਕਿ ਅਸੀਂ ਕਿੱਧਰ ਨੂੰ ਭੱਜ ਜਾਈਏ, ਜੰਗਲ ਨੂੰ ਭੱਜ ਜਾਈਏ, ਇੱਥੇ ਲੋਕਸ਼ਿਪ ਜਾਈਏ, ਫਿਰੌਨ ਤੋਂ ਕੀ ਹੋ ਜਾਵਾਂਗੇ। ਉਹ ਸੋਚਦੇ ਫਿਰੌਨ ਤੋਂ ਬਚ ਜਾਵਾਂਗੇ, ਪਰ ਪਰਮੇਸ਼ਰ ਦੇ ਵੱਡੇ ਵਾਅਦੇ ਤੋਂ ਵੀ ਪਿੱਛੇ ਰਹਿ ਜਾਣਾ ਸੀ ਉਹਨਾਂ ਨੇ। ਐਸੇ ਲੋਕ ਜਿਹੜੇ ਆਪਣੇ ਮਨ ਦੀਆਂ ਕਰਕੇ ਇਹਨਾਂ ਵਚਨਾਂ ਤੋਂ ਸੱਜੇ ਖੱਬੇ ਵੱਧਦੇ ਨੇ, ਸੱਜੇ ਖੱਬੇ ਹੁੰਦੇ ਨੇ, ਉਹ ਕਦੇ ਵੀ ਆਪਣੇ ਜੀਵਨ 'ਚ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਿਆ ਨਹੀਂ ਕਰ ਸਕਦੇ। ਫਿਰ ਤੀਸਰੀ ਆਵਾਜ਼ ਆਉਂਦੀ ਹੈ ਪਰਮੇਸ਼ਰ ਦੀ, ਇਸ ਲਾਲ ਸਮੁੰਦਰ ਵੱਲ ਅੱਗੇ ਵਧੋ। ਇਹ ਵੇਖਣ 'ਚ ਔਰ ਸੁਣਨ ਦੇ ਵਿੱਚ ਥੋੜੀ ਮੁਸ਼ਕਲ ਲੱਗਦੀ ਆ। ਇਹ ਲਾਲ ਸਮੁੰਦਰ ਇਹ ਤੇ ਮਾਰ ਦੇਵੇਗਾ, ਇਹ ਤੇ ਮਿਸਰੀਆਂ ਕੋ ਤੇ ਮਾਫੀ ਮੰਗ ਕੇ ਅਸੀਂ ਕੀ ਕਰ ਸਕਦੇ ਆ, ਪਰ ਲਾਲ ਸਮੁੰਦਰ ਤੇ ਡੋਬ ਕੇ ਮਾਰ ਦੇਵੇਗਾ। ਪਰ ਲਿਖਿਆ ਮੂਸਾ ਨੂੰ ਕਿਹਾ ਨਾ ਡਰ, ਆਪਣੇ ਲੋਕਾਂ ਨੂੰ ਹੌਸਲਾ ਦੇ, ਇਹਨਾਂ ਨੂੰ ਅੱਗੇ ਵਧਾ, ਆਪਣਾ ਹੱਥ ਅੱਗੇ ਕਰ। ਜਦੋਂ ਹੀ ਲਿਖਿਆ ਹੱਥ ਅੱਗੇ ਕੀਤਾ, ਲਾਲ ਸਮੁੰਦਰ ਕੀ ਹੋ ਗਿਆ। ਇਸ ਤਰ੍ਹਾਂ ਜਦੋਂ ਤੁਸੀਂ ਪਰਮੇਸ਼ਰ ਦੇ ਆਵਾਜ਼ ਸੁਣਦੇ ਹੋਏ ਆਪਣੀ ਅਜਮਾਇਸ਼ 'ਚ ਅੱਗੇ ਵਧਦੇ ਹੋ, ਪਰਮੇਸ਼ਰ ਤੁਹਾਨੂੰ ਤੁਹਾਡੀ ਅਜਮਾਇਸ਼ ਚੋਂ ਬਾਹਰ ਕੱਢਣ ਦੀ ਮਦਦ ਕਰ ਸਕਦਾ ਆ। ਜਿਸ ਤਰ੍ਹਾਂ ਪਿਛਲੇ ਵਚਨ ਅਸੀਂ ਦੇਖ ਰਹੇ ਸੀ ਪਿਛਲੇ ਵਾਰ ਕਿ ਉਹ ਸਾਡੀ ਪਰਤਾਵੇ 'ਚ ਕੀ ਕਰਦਾ ਆ, ਮਦਦ ਕਰਦਾ ਆ।
ਇਹ ਸ਼ੈਤਾਨ ਪਰਤਾਉਣ ਲਈ ਆਇਆ ਉਹਨਾਂ ਨੂੰ ਕਿ ਇਹਨਾਂ ਨੂੰ ਵਾਪਸ ਲੈ ਜਾਏ, ਯੂ ਟਰਨ, ਇਹਨਾਂ ਦਾ ਫਿਰ ਯੂ ਟਰਨ ਕਿੱਥੇ ਆ ਜਾਵੇ, ਮਿਸਰ ਦੇ ਵਿੱਚ ਲੈ ਜਾਵਾਂ। ਪਰ ਪਰਮੇਸ਼ਰ ਨੇ ਉਹਨਾਂ ਦੇ ਲਈ ਰਸਤਾ ਖੋਲਿਆ। ਇਸ ਕਾਰਨ ਮੇਰੇ ਪਿਆਰਿਓ, ਪਰਮੇਸ਼ਰ ਦੀ ਆਵਾਜ਼ ਸੁਣਨ ਲਈ ਕਾਲੇ ਪਵੋ। ਆਪਣੀ ਆਵਾਜ਼ ਸੁਣਨ ਦੇ ਲਈ ਵੀ ਨਹੀਂ ਤੇ ਸ਼ੈਤਾਨ ਦੀ ਆਵਾਜ਼ ਸੁਣਨ ਲਈ ਵੀ ਨਹੀਂ। ਪਰਮੇਸ਼ਰ ਦੀ ਆਵਾਜ਼ ਪਹਿਚਾਨਣ ਦਾ ਇੱਕੋ ਇੱਕ ਤਰੀਕਾ, ਉਹਦੀ ਆਵਾਜ਼ ਵਚਨਾਂ ਦੇ ਨਾਲ ਮਿਲਦੀ ਆ, ਉਹਦੀ ਆਵਾਜ਼ ਵਚਨਾਂ ਦੇ ਨਾਲ ਮੇਲ ਖਾਂਦੀ ਆ। ਔਰ ਪਰਮੇਸ਼ਰ ਖੁਦ ਕਹਿੰਦਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਕੀ ਕਰਦੀਆਂ ਨੇ। ਜੇ ਤੁਸੀਂ ਲਗਾਤਾਰ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਰਹੋਗੇ ਨਾ, ਲਗਾਤਾਰ ਤੁਸੀਂ ਪਰਮੇਸ਼ਰ ਦੇ ਨਾਲ ਸਮਾਂ ਬਿਤਾਉਂਦੇ ਰਹੋਗੇ, ਪਰਮੇਸ਼ਰ ਦੀ ਆਵਾਜ਼ ਦੇ ਤੁਸੀਂ ਅਭਿਅਸਤ ਹੋ ਜਾਓਗੇ, ਪਰਮੇਸ਼ਰ ਦੀ ਆਵਾਜ਼ ਦੇ ਤੁਸੀਂ ਆਦੀ ਹੋ ਜਾਓਗੇ। ਜਦ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਨਵਰ ਰੱਖਦੇ ਹੋ, ਤੁਹਾਡੀ ਆਵਾਜ਼ ਦੇ ਕੀ ਹੋ ਜਾਂਦੇ ਨੇ, ਆਦੀ। ਤੁਸੀਂ ਛੋਟੀ ਜਿਹੀ ਆਵਾਜ਼ ਮਾਰਦੇ ਹੋ, ਉਹ ਨੱਠੇ ਆਉਂਦੇ ਨੇ। ਹਾਲਾਂਕਿ ਸ਼ੁਰੂ 'ਚ ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਇੱਕ ਦਿਨ ਉਹਨਾਂ ਨੂੰ ਪਤਾ ਲੱਗ ਜਾਂਦਾ ਆ, ਇਹ ਮੇਰੇ ਮਾਲਕ ਦੀ ਕੀ ਆ। ਇਸ ਤਰ੍ਹਾਂ ਤਾਂ ਹੀ ਤੇ ਪਰਮੇਸ਼ਰ ਦੁੱਖ ਦੇ ਨਾਲ ਕਹਿੰਦਾ ਗਧਾ ਆਪਣੀ ਸਾਈਂ ਦੀ ਖੁਰਲੀ ਨੂੰ ਕੀ ਕਰਦਾ ਆ, ਪਰ ਇਸਰਾਇਲ ਮੇਰੀ ਆਵਾਜ਼ ਨੂੰ ਪਹਿਚਾਣਦੀ ਨਹੀਂ। ਅੱਜ ਜ਼ਰੂਰਤ ਆ ਅਸੀਂ ਸ਼ੈਤਾਨ ਦੀਆਂ ਗੱਲਾਂ ਨੂੰ ਨਾ ਮੰਨਦੇ ਹੋਏ, ਸ਼ੈਤਾਨ ਨੂੰ ਆਪਣੇ ਕੰਨ ਨਾ ਦਿੰਦੇ ਹੋਏ, ਸ਼ੈਤਾਨ ਦੀਆਂ ਗੱਲਾਂ ਨੂੰ ਨਾ ਸੁਣਦੇ ਹੋਏ, ਆਪਣੀਆਂ ਵੀ ਗੱਲਾਂ ਜ਼ਿਆਦਾ ਨਾ ਕਰਦੇ ਹੋਏ, ਸਿਰਫ ਪਰਮੇਸ਼ਰ ਦੀ ਸੁਣਨ ਦੀ ਕੋਸ਼ਿਸ਼ ਕਰੀਏ, ਪਰਮੇਸ਼ਰ ਦੇ ਵਚਨ ਨੂੰ ਸੁਣਨ ਦੀ ਕੋਸ਼ਿਸ਼ ਕਰੀਏ, ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕਰੀਏ। ਇਹੀ ਸੁਣਨਾ, ਵਚਨ ਨੂੰ ਸੁਣਨ ਦੀ ਕਾਲੀ ਸਾਨੂੰ ਅਨੰਤ ਜੀਵਨ ਦੇਵੇਗੀ। ਹਾਲੇਲੂਇਆ। ਅੱਗੇ ਵਧਦੇ ਹਾਂ ਜੀ। ਬੋਲਣ ਵਿੱਚ ਧੀਰ ਜਾਂ ਬੋਲਣ ਦੇ ਵਿੱਚ ਧੀਮਾ, ਇਹ ਵੀ ਬੜਾ ਮੁਸ਼ਕਲ ਆ। ਜਦੋਂ ਅਸੀਂ ਖਾਸ ਕਰਕੇ ਪਰਤਾਵੇ ਵਿੱਚੋਂ ਗੁਜ਼ਰ ਰਹੇ ਹੁੰਦੇ ਆ ਨਾ, ਤੇ ਅਸੀਂ ਉਹ ਗੱਲਾਂ ਕਹਿ ਜਾਂਦੇ ਆ ਜਿਹੜੀਆਂ ਸਾਨੂੰ ਕਹਿਣੀਆਂ ਨਹੀਂ ਚਾਹੀਦੀਆਂ। ਜਦੋਂ ਅਸੀਂ ਪਰਤਾਵੇ ਵਿੱਚੋਂ ਦੀ ਜਾ ਰਹੇ ਹੁੰਦੇ ਆ, ਸਾਡੇ ਮੂੰਹ ਚੋਂ ਐਸੀਆਂ ਗੱਲਾਂ ਨਿਕਲ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਮੂੰਹੋਂ ਨਿਕਲਣੀਆਂ ਨਹੀਂ ਚਾਹੀਦੀਆਂ। ਨੰਬਰ 1, ਅਸੀਂ ਕੁੜਕੜਾਉਂਦੇ ਆ ਕਿਹਦੇ ਤੇ? ਪਰਮੇਸ਼ਰ ਤੇ। ਯਾਦ ਕਰੋ ਪਰਮੇਸ਼ਰ ਦੇ ਦਾਸ ਅਯੂਬ ਨੂੰ ਲਿਖਿਆ, ਉਹ ਧਰਮੀ ਸੀ ਤੇ ਬਦੀ ਤੋਂ ਪਰੇ ਰਹਿੰਦਾ ਤੇ ਖਰਾ ਮਨੁੱਖ ਸੀ। ਉਹਦੇ ਤੇ ਅਜਮਾਇਸ਼ ਆ ਗਈ। ਅਜਮਾਇਸ਼ ਆ ਗਈ ਕਿ ਬੇਸ਼ੱਕ ਇਹਦਾ ਸਭ ਕੁਝ ਬਰਬਾਦ ਕਿਉਂ ਨਾ ਹੋ ਜਾਵੇ, ਇੱਕ ਸਭ ਕੁਝ ਇਹਦੇ ਕੋਲ ਲੈ ਕਿਉਂ ਨਾ ਲਿਆ ਜਾਵੇ, ਇਹ ਕਦੇ ਵੀ ਕੁੜਕੜਾਏਗਾ ਨਹੀਂ, ਇਹ ਕਦੇ ਵੀ ਪਰਮੇਸ਼ਰ ਤੇਰੇ ਖਿਲਾਫ ਬੋਲੇਗਾ ਨਹੀਂ। ਸ਼ੈਤਾਨ ਨੇ ਪਰਮੇਸ਼ਰ ਨੂੰ ਕੀ ਆ ਕੇ ਕਿਹਾ? ਕਹਿੰਦਾ ਐਵੇਂ ਨਹੀਂ ਡਰਦਾ, ਤੂੰ ਉਹਦੇ ਸਾਰੇ ਕਾਸੇ ਤੇ ਕੀ ਦੇ ਛੱਡੀ ਆ? ਬਰਕਤ ਦੇ ਛੱਡੀ ਆ। ਸ਼ੈਤਾਨ ਅਸਲ 'ਚ ਪਰਮੇਸ਼ਰ ਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਅਯੂਬ ਸਿਰਫ ਤਾਂ ਡਰਦਾ ਆ ਕਿ ਪਰਮੇਸ਼ਰ ਤੂੰ ਉਹਨੂੰ ਆਸ਼ੀਸ਼ ਦਿੱਤੀ ਆ, ਤੂੰ ਉਹਨੂੰ ਬਰਕਤ ਦਿੱਤੀ ਆ, ਤੂੰ ਉਹਨੂੰ ਬਰਕਤਾਂ ਦੇਈ ਜਾਣਾ, ਤੂੰ ਉਹਨੂੰ ਆਸ਼ਾ ਦੇਈ ਜਾਣਾ, ਇਸ ਕਰਕੇ ਉਹ ਤੇਰੇ ਤੋਂ ਡਰਦਾ ਰਹਿੰਦਾ ਆ। ਪਰ ਪਰਮੇਸ਼ਰ ਇੱਥੇ ਸ਼ੈਤਾਨ ਨੂੰ ਸਾਬਤ ਕਰਕੇ ਦੱਸਣਾ ਚਾਹੁੰਦਾ ਸੀ, ਸ਼ੈਤਾਨ ਇਹ ਆਸ਼ਾ ਦੇ ਕਾਰਨ ਨਹੀਂ ਡਰਦਾ, ਇਹ ਮੈਂ ਇਹਨੂੰ ਬਰਕਤਾਂ ਦੇ ਰਿਹਾ ਇਸ ਕਾਰਨ ਨਹੀਂ ਡਰਦਾ, ਇਹ ਸੱਚਮੁੱਚ ਧਰਮੀ ਆ, ਇਹ ਮੇਰੀ ਆਵਾਜ਼ ਸੁਣਦਾ, ਮੇਰੇ ਨਾਲ ਪਿਆਰ ਕਰਦਾ ਔਰ ਮੇਰਾ ਡਰ ਰੱਖਦਾ ਆ। ਲਿਖਿਆ ਸ਼ੈਤਾਨ ਨੇ ਕਿਹਾ ਠੀਕ ਹੈ, ਵੇਖ ਲਓ, ਟੈਸਟ ਲੈ ਲਓ ਇਹਦਾ। ਪਰਮੇਸ਼ਰ ਨੇ ਕਿਹਾ ਠੀਕ ਹੈ, ਟੈਸਟ ਦੇਣ ਨੂੰ ਤਿਆਰ ਹੈ ਆਪਾਂ। ਉਹਨੂੰ ਟੈਸਟ 'ਚ ਪਾ ਲਿਆ ਗਿਆ, ਸਭ ਕੁਝ ਉਹਦਾ ਖੋਹ ਲਿਆ ਗਿਆ। ਉਹਦੀ ਔਰਤ ਦੇ ਅੰਦਰ ਸਮਾ ਕੇ ਸ਼ੈਤਾਨ ਆਇਆ। ਕੀ ਕਹਿੰਦੀ ਉਹਦੀ ਔਰਤ? ਕਹਿੰਦੀ ਤੂੰ ਹਜੇ ਵੀ ਆਪਣੀ ਖਰਿਆਈ ਨੂੰ ਕੀ ਕੀਤਾ ਹੋਇਆ? ਪਰਮੇਸ਼ਰ ਨੂੰ ਫਟਕਾਰ ਤੇ ਕੀ ਹੋ ਜਾ। ਸ਼ੈਤਾਨ ਨੂੰ ਜਦੋਂ ਪਤਾ ਲੱਗਾ ਇਹਦੇ ਬੱਚੇ ਮਰ ਗਏ ਨੇ ਤਾਂ ਨਹੀਂ ਫਟਕਾਰਿਆ। ਸ਼ੈਤਾਨ ਨੂੰ ਜਦੋਂ ਪਤਾ ਲੱਗਾ ਇਹਦਾ ਬਿਜ਼ਨਸ ਚਲਾ ਗਏ ਨੇ ਤਾਂ ਨਹੀਂ ਫਟਕਾਰਿਆ। ਸ਼ੈਤਾਨ ਨੂੰ ਜਦੋਂ ਪਤਾ ਲੱਗਾ ਇਹਦੇ ਸਰੀਰ ਤੇ ਕਸ਼ਟ ਆ ਗਏ ਨੇ ਤਾਂ ਨਹੀਂ ਫਟਕਾਰਿਆ। ਫਿਰ ਉਹ ਸਭ ਤੋਂ ਵੱਡਾ ਹਥਿਆਰ ਉਹਦੀ ਪਤਨੀ ਦਾ ਮੂੰਹ ਬਣ ਕੇ ਆਇਆ। ਉਹਦੀ ਪਤਨੀ ਦੁਆਰਾ ਉਹਨੂੰ ਬੋਲ ਰਿਹਾ, ਆਪਣੀ ਖਰਿਆਈ ਨੂੰ ਛੱਡ ਦੇ, ਪਰਮੇਸ਼ਰ ਨੂੰ ਫਟਕਾਰ ਤੇ ਕੀ ਹੋ ਜਾ। ਤੋ ਕੀ ਕਹਿੰਦਾ ਪਰਮੇਸ਼ਰ ਦਾ ਦਾਸ? ਇਹ ਪਰਖ ਸੀ, ਇਹ ਪਰਤਾਵਾ ਸੀ ਉਹਦੇ ਤੇ, ਪਰਖ ਦੇ ਵਿੱਚ ਆਇਆ ਪਰਤਾਵਾ। ਕੀ ਫਟਕਾਰਦਾ? ਉਹਨੇ ਕੀ ਕਿਹਾ? ਕਹਿੰਦਾ ਤੂੰ ਤੇ ਇਸ ਤਰ੍ਹਾਂ ਬੋਲਦੀ ਹੈ ਜਿਸ ਤਰ੍ਹਾਂ ਕੋਈ ਝੱਲੀਆਂ, ਅਸੀਂ ਚੰਗਾ ਚੰਗਾ ਤੇ ਲਈਏ ਤੇ ਮਾੜਾ ਮਾੜਾ। ਮੇਰੇ ਪਿਆਰਿਓ, ਤੁਸੀਂ ਬੇਸ਼ੱਕ ਸਹੀ ਚੱਲ ਰਹੇ ਹੋਵੋਗੇ, ਯਾਦ ਰੱਖਿਓ ਇਸ ਘਟਨਾ ਨੂੰ, ਤੁਸੀਂ ਬੇਸ਼ੱਕ ਸਹੀ ਚੱਲ ਰਹੇ ਹੋ, ਕਦੇ ਜੀਵਨ 'ਚ ਕੋਈ ਗਲਤੀ ਨਹੀਂ ਆ ਰਹੀ, ਬਿਲਕੁਲ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲ ਰਹੇ ਹੋ, ਅਚਾਨਕ ਤੁਹਾਡੇ ਤੇ ਕਸ਼ਟ ਆ ਜਾਏ, ਅਚਾਨਕ ਕੋਈ ਪਰੇਸ਼ਾਨੀ ਆ ਗਈ ਆ, ਅਚਾਨਕ ਕੋਈ ਐਸਾ ਮੋੜ ਆ ਗਿਆ ਜਿਹਦੇ ਵਿੱਚ ਤੁਹਾਨੂੰ ਦੁੱਖ ਔਰ ਕਸ਼ਟ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਯਾਦ ਰੱਖਿਓ, ਹੋ ਸਕਦਾ ਇਹ ਤੁਹਾਡਾ ਪਰਤਾਵਾ ਹੋਵੇ,
हो सकता शैतान तुहानू परताउण दे लई आया होवे कि तू जिस जगह ते जा रहा, तू जिस लाइन ते जा रहा आ, मैं तेनू उधर वधन नहीं देवांगा। मैं परतावे दे रूप च तेरे जीवन च ऐसा एक मोड़ लैवांगा, ऐसा तेनू परतावांगा कि तू वापस फिर अपनी उस जिंदगी च जावेंगा। और मेरे प्यारे, कदे भी मुसीबतां परेशानियां दे विच, कष्टां दे विच परत के जाण दी लोड़ नहीं आ। परतावे नू पास करियो, परमेश्वर लाल समुंदर नू पाड़न दी शक्ति रखदा जे। ਉਹ परमेश्वर तुहाडे नाल आ। तो कहंदा कोई वड्डा परतावा नहीं है जिहड़ा मैं तुहाडे ते की नहीं कहता। ऐसा वड्डा परतावा नहीं हुंदा। तुहाडे सहन तो अंदर अंदर ही की होया, कुड़कड़ाउणा नहीं। अयूब दी पत्नी दी तरह की नहीं करना, जीवन च कुड़कड़ाहट नहीं रखनी। और पक्के मसीहियां तो उस समय जरूरत है कोई जिहड़े अगे वधे मसीही आ उन्हां को सलाह लई जावे। और एवें भी इधर उधर होर किसी कोल भज्जण दी भी लोड़ नहीं आ। याद रखो, पुरानी एक कहावत है, तुसीं अपने शरीर नूं देखो। वचन की कहंदा, बोलण दे विच धीर, सुणन दे विच साडे दो कंन ने। किन्ने कंन ने ते मूंह किन्ने? ज्यादा चीज की आ? ज्यादा सुणन दे लई जे 100% सुनना ते 50% की आ? बोलना। अपने शरीर नूं देख लईए। सुनन वास्ते एक कंन हो सकता सी, पर तां भी परमेश्वर ने किन्ने दिते ने? दो। कि ज्यादा सुनो, बोलो घट। अजमाइश दे विच कदे भी अपने जबान नूं अवारा जां कुड़कुड़ाउण तो जां एवें गल्लां कर परमेश्वर दे विरुद्ध बुड़बुड़ाउण तो की करना? इहनूं रोकना। ਇਹ ना होवे तुहाडी एक गल तुहानूं परतावे च पा देवे ते फिर तुहाडे लई उस परतावे चों निकलना की हो जावे? औखा हो जावे। विश्वासी सुनन च काले, बोलण च की धीरे, और गुस्से दे विच बिल्कुल धीमे, बिल्कुल स्लो। परमेश्वर भी इस तरह ही आ। बाइबल जो पढ़ते देखे, विलंब दे नाल की करदा? छेती गुस्सा, गुस्से च धीमा हो। इस कारण सानू भी अपनी ये आदत परमेश्वर की आदत बनानी पैनी है। और असी जिहा क्यों एक विश्वासी दे जीवन दे विच गुस्सा राज नहीं करना चाहिए, क्रोध ने राज नहीं करना, क्योंकि इहदा एक कारण है जिहदे बारे इसे किताब दे विच याकूब 1:20 च लिखिया है। एक विश्वासी नूं अजिहा करन तो क्यों रोकिया गया है? याकूब 1:20 असीं पढ़ रहे थे, याकूब 1:19, 20 और 21। हुण इहदी 20 वचन पढ़िए जरा। क्यों जो मनुख दा क्रोध परमेश्वर एक बार शुरू तो पढ़ दिओ, दोबारा पढ़ दिओ। ਇਹ ਤਾਂ ਤੁਸੀਂ ਜਾਣਦੇ ਹੋ, हे ਮੇਰੇ ਪਿਆਰੇ ਭਰਾਵੋ, ਪਰ ਹਰੇਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। ਹਾਂ, ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੇ ਧਰਮ ਦਾ ਕੰਮ ਨਹੀਂ ਕਰਦਾ। ਹਾਂ, ਕਹਿੰਦਾ ਤੁਹਾਡਾ ਕ੍ਰੋਧ ਪਰਮੇਸ਼ਵਰ ਦੇ ਧਰਮ ਦਾ ਕੰਮ ਕੀ ਨਹੀਂ ਕਰਦਾ? ਨਹੀਂ ਕਰਦਾ। ਇਹਦਾ ਮਤਲਬ ਕੀ ਆ ਕਿ ਤੁਸੀਂ ਧਰਮੀ, ਇਹ ਤੁਹਾਡਾ ਗੁੱਸਾ ਤੁਹਾਨੂੰ ਧਰਮੀ ਨਹੀਂ ਬਣਾ ਸਕਦਾ। ਗੁੱਸਾ ਇਹ ਨਹੀਂ ਆ ਕਿ ਤੁਸੀਂ जोर दे नाल बोल के किसी नाल लड़दे हो। सिर्फ वही कला रूप नहीं है। गुस्से का रूप एक यह भी आ जो किसी के प्रति तुसी दिल च की रखते हो। बेशक तुसी लफ्ज़ां नाल कुछ नहीं कहते, मूँहों कुछ नहीं बोलते, जे दिल च भी गुस्सा आया तां भी यह गुस्सा तुहाडे जीवन च तुहानूं धर्मी नहीं बनन देवेगा। लड़ाई झगड़ा करने वाला गुस्सा भी खत्म करना, और किसी का दिलों बुरा चाहण वाला गुस्सा भी की करना, खत्म करना। तुहाडे दिल च किसी के प्रति कोई भी कड़वाहट ना होवे। याद रखो मसीहियो, यह गुस्सा की करदा है? यह गुस्सा तुहाडे जीवन दे विच परमेश्वर की योजना नूं ना पूरा करन दा पूरा शैतान दा हथियार बनदा। यह गुस्सा वो काम करदा कि जो परमेश्वर तुहानूं बनाउण लई जा रहा तुसीं नहीं बनोगे। जो परमेश्वर तुहाडे जीवन च काम करन लई जा रहा, एक गुस्सा ये तुहाडे अंदर आउण वाली ईर्खा कदे भी उस काम नूं पूरा नहीं करन देवेगी। इस कारण परमेश्वर वचन कहंदा, पढ़िए 20 वचन दोबारा। क्यों जो मनुख दा क्रोध परमेश्वर दे धर्म दा काम नहीं करदा। क्यों जो मनुख दा क्रोध परमेश्वर दे धर्म दा काम ते वचन च लिखिया परमेश्वर दे धर्म दे काम नूं की होण दिओ? पूरा होण दिओ। ते जे तुसी परमेश्वर दे धर्म दे काम नूं अपने जीवन च पूरा होण देना चाहुंदे हो ते तुहानूं अपने जीवन दे विचों सारा गुस्सा, सारा गिला, सारा क्रोध, सारे किसी दे प्रति जलन नूं की करना पैना? इहदे विच स्लो
ਬੋਲਣ ਦੇ ਵਿੱਚ ਵੀ ਧੀਰੇ ਔਰ ਸੁਣਨ ਦੇ ਵਿੱਚ ਸਭ ਤੋਂ ਵੱਧ ਕਾਲੇ। ਬਾਈਬਲ ਦੇ ਵਿੱਚ ਕਿੰਨੀਆਂ ਉਦਾਹਰਨਾਂ ਨੇ, ਕਿੰਨੇ ਐਸੇ ਵਚਨ ਨੇ ਜਿਨ੍ਹਾਂ 'ਚ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਜਾਂ ਬਾਈਬਲ ਦੇ ਵਿੱਚ ਲਿਖੇ ਕੁਝ ਪਾਤਰਾਂ ਨੇ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕੀਤਾ, ਗੁੱਸੇ ਨੇ ਉਹਨਾਂ ਨੂੰ ਅੰਨ੍ਹਿਆ ਕਰ ਦਿੱਤਾ ਤੇ ਜੋ ਪਰਮੇਸ਼ਰ ਦੀ ਯੋਜਨਾ ਉਹਨਾਂ ਦੇ ਜੀਵਨ 'ਚ ਸੀ ਉਸ ਯੋਜਨਾ ਤੋਂ ਰਹਿ ਗਏ। ਗੁੱਸੇ ਨੇ ਅੰਨ੍ਹਿਆ ਕੀਤਾ ਤੇ ਪਰਮੇਸ਼ਰ ਦੀ ਯੋਜਨਾ ਜੋ ਉਹਨਾਂ ਦੇ ਜੀਵਨ 'ਚ ਕਰਨ ਦੀ ਸੀ ਉਹ ਪੂਰੀ ਨਹੀਂ ਹੋਈ। ਸਭ ਤੋਂ ਪਹਿਲਾਂ ਪੜ੍ਹਦੇ ਸੀ ਕੈਨ ਦੇ ਬਾਰੇ। ਕੈਨ ਗਲਤ ਬਲੀਦਾਨ ਲੈ ਕੇ ਆਇਆ। ਕੈਨ ਗਲਤ ਬਲੀਦਾਨ ਲੈ ਕੇ ਆਇਆ, ਆਪਣੇ ਭਰਾ ਦੇ ਸਹੀ ਬਲੀਦਾਨ ਤੇ ਗੁੱਸਾ ਹੋ ਗਿਆ। ਇੱਕ ਪਾਸੇ ਉਹ ਬਲੀਦਾਨ ਚੜਾ ਰਿਹਾ, ਇੱਕ ਪਾਸੇ ਉਹਦਾ ਭਰਾ ਹਾਬਲ ਬਲੀਦਾਨ ਚੜਾ ਰਿਹਾ। ਹਾਬਲ ਦੀ ਬਲੀ ਕਬੂਲ ਕਰ ਲਈ ਗਈ ਔਰ ਕੈਨ ਨੇ ਗੁੱਸੇ 'ਚ ਸੜਦੇ ਹੋਏ ਆਪਣੇ ਉਸ ਧਰਮੀ ਭਰਾ ਦਾ ਕੀ ਕਰ ਦਿੱਤਾ, ਤੇ ਆਪ ਭਗੌੜਾ ਬਣ ਕੇ ਸਾਰੀ ਉਮਰ ਘੁੰਮਦਾ ਰਿਹਾ। ਇੱਕ ਦਿਨ ਵੀ ਚੈਨ ਦਾ ਸਾਹ ਨਹੀਂ ਲਿਆ ਉਹਨੇ। ਇਹ ਕਿਹਨੇ ਕੀਤਾ? ਉਹਦੇ ਅੰਦਰ ਆਏ ਸ਼ੈਤਾਨ ਦੇ ਉਸ ਹਥਿਆਰ ਗੁੱਸੇ ਨੇ। ਆਪਣੇ ਗੁੱਸੇ ਤੇ ਜਦੋਂ ਅਸੀਂ ਕੰਟਰੋਲ ਨਹੀਂ ਕਰਦੇ, ਅਸੀਂ ਪਰਮੇਸ਼ਰ ਦੀ ਯੋਜਨਾ ਤੋਂ ਲਾਂਭੂ। ਦੌੜ ਗਿਆ, ਸਾਰੀ ਉਮਰ ਦੌੜਨਾ ਪਿਆ। ਭਗੌੜਾ ਲਿਖਿਆ, ਉਹਨੂੰ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ। ਪਰਮੇਸ਼ਰ ਅੱਗੇ ਗਿੜਗੜਾਉਂਦਾ ਸੀ, ਮੈਂ ਕੀ ਕਰਾਂ? ਫਿਰ ਪਰਮੇਸ਼ਰ ਨੂੰ ਉਹਦੀ ਸੁਰੱਖਿਆ ਕਰਨੀ ਪਈ। ਇਹਨੂੰ ਜਿਹੜਾ ਮਾਰੇਗਾ 7 ਦਾ 70 ਗੁਣਾ ਕੀ ਕਰਨਾ ਪਵੇਗਾ? ਦੰਡ ਭੋਗਣਾ ਪਵੇਗਾ। ਫਿਰ ਮੂਸਾ ਨੇ, ਇਸਰਾਏਲੀਆਂ ਦੇ ਗੁੱਸੇ ਦੇ ਕਾਰਨ ਮੂਸਾ ਨੇ ਉਸ ਚਟਾਨ ਨੂੰ ਕਹਿਣ ਦੀ ਬਜਾਏ ਚਟਾਨ ਤੇ 2 ਵਾਰ ਜਾ ਕੇ ਕੀ ਕਰ ਦਿੱਤਾ। ਔਰ ਸ਼ਾਇਦ ਇਹੀ ਕਾਰਨ ਸੀ ਕਿ ਉਹ ਕਨਾਨ ਦੇ ਦੇਸ਼ 'ਚ ਕੀ ਨਹੀਂ ਕਰ ਸਕਿਆ, ਪ੍ਰਵੇਸ਼ ਨਹੀਂ ਕਰ ਸਕਿਆ। ਕਿੰਨੀਆਂ ਉਦਾਹਰਨਾਂ ਨੇ ਬਾਈਬਲ ਦੇ ਵਿੱਚ ਗੁੱਸੇ ਦੀਆਂ, ਜਿਨਨੇ ਕਿ ਲੋਕਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਯੋਜਨਾ ਨੂੰ ਕੀ ਕਰ ਦਿੱਤਾ। ਫਿਰ ਗੱਲ ਆਉਂਦੀ ਹੈ ਯੂਨਾਹ ਦੀ। ਯੂਨਾਹ ਨੂੰ ਵੀ ਤਦ ਤੱਕ ਪਰਮੇਸ਼ਰ ਨੇ ਉਸ ਮੱਛੀ ਦੇ ਪੇਟ 'ਚ ਰੱਖਿਆ ਜਦ ਤੱਕ ਉਹ ਨੀਨਵਾ ਜਾਣ ਨੂੰ ਤਿਆਰ ਨਹੀਂ ਹੋਇਆ। ਨੀਨਵਾ ਜਾ ਕੇ ਵੀ ਉਹਨੇ ਆਪਣੇ ਅੰਦਰੋਂ ਗੁੱਸਾ ਨਹੀਂ ਕੱਢਿਆ। ਕਿ ਦਰਖਤ ਥੱਲੇ ਕਿੰਨੇ ਸਾਲ ਬੈਠਾ ਰਿਹਾ। ਆਖਰ ਪਰਮੇਸ਼ਰ ਨੇ ਉਸ ਦਰਖਤ ਨੂੰ ਵੀ ਸੁਕਾ ਦਿੱਤਾ ਔਰ ਉਹ ਸਾਰੀ ਉਮਰ ਉਸ ਗੁੱਸੇ ਦੇ ਵਿੱਚ ਜਲਦਾ ਰਿਹਾ ਤੇ ਪਰਮੇਸ਼ਰ ਦੀ ਯੋਜਨਾ ਦੇ ਵਿੱਚ ਤੇ ਪਰਮੇਸ਼ਰ ਦਾ ਜੋ ਕੰਮ ਸੀ ਉਹਦੇ ਜੀਵਨ ਦੇ ਵਿੱਚ, ਉਸ ਕੰਮ ਤੋਂ ਬਾਹਰ ਹੋ ਗਿਆ। ਇਸ ਕਾਰਨ ਸਾਡੇ ਜੀਵਨ ਵਿੱਚ ਵੀ ਸਾਨੂੰ ਗੁੱਸਾ ਨਿਕੰਮਾ ਬਣਾ ਦਿੰਦਾ ਆ। ਸਾਡੇ ਜੀਵਨ 'ਚ ਆਉਣ ਵਾਲਾ ਕ੍ਰੋਧ ਸਾਨੂੰ ਨਿਕੰਮਾ ਬਣਾ ਦਿੰਦਾ ਜਦੋਂ ਇਹ ਸਾਡੇ ਤੇ ਹੈਵੀ ਹੋ ਜਾਂਦਾ। ਖਾਸ ਕਰਕੇ ਇੱਕ ਗੱਲ ਜੋ ਵਿਸ਼ਵਾਸੀਆਂ ਦੇ ਲਈ ਆ, ਜਦ ਤੱਕ ਤੁਸੀਂ ਆਪਣੇ ਗੁੱਸੇ ਦਾ ਸਾਹਮਣਾ ਕਰਕੇ ਇਹਦੇ ਅੱਗੇ ਸਰੈਂਡਰ ਨਹੀਂ ਨਾ ਕਰਦੇ, ਪਰਮੇਸ਼ਰ ਦੇ ਸਾਹਮਣੇ ਆਪਣੇ ਗੁੱਸੇ ਨੂੰ ਸਰੈਂਡਰ ਨਹੀਂ ਕਰਦੇ, ਤਦ ਤੱਕ ਪ੍ਰਭੂ ਤੁਹਾਨੂੰ ਆਸ਼ੀਸ਼ ਤੌਰ ਤੇ ਇਸਤੇਮਾਲ ਨਹੀਂ ਕਰ ਸਕਦਾ। ਤਦ ਤੱਕ ਜੇ ਤੁਹਾਡੇ ਜੀਵਨ 'ਚ ਕਿਸੇ ਦੂਸਰੇ ਪਾਸਟਰ ਦੇ ਪ੍ਰਤੀ ਗੁੱਸਾ, ਤੁਹਾਡੇ ਜੀਵਨ ਦੇ ਵਿੱਚ ਕਿਸੇ ਦੂਸਰੇ ਵਿਸ਼ਵਾਸੀ ਦੇ ਪ੍ਰਤੀ ਗੁੱਸਾ, ਤੁਹਾਡੇ ਜੀਵਨ 'ਚ ਕਿਸੇ ਦੂਸਰੇ ਆਪਣੇ ਭੈਣ ਭਰਾ ਦੇ ਪ੍ਰਤੀ ਗੁੱਸਾ ਆ, ਬੇਸ਼ੱਕ ਤੁਸੀਂ ਉਹਦੇ ਨਾਲ ਲੜਦੇ ਨਹੀਂ, ਉਹਨੂੰ ਕੋਈ ਜ਼ਬਾਨ ਤੋਂ ਬੁਰਾ ਭਲਾ ਨਹੀਂ ਕਹਿੰਦੇ, ਉਹਦੇ ਲਈ ਦਿਲ ਦੇ ਵਿੱਚ ਗੁੱਸਾ ਰੱਖਿਆ, ਪਰਮੇਸ਼ਰ ਤੁਹਾਨੂੰ ਕਦੇ ਇਸਤੇਮਾਲ ਨਹੀਂ ਕਰੇਗਾ। ਪਰਮੇਸ਼ਰ ਤੁਹਾਨੂੰ ਤੁਹਾਡੇ ਜੀਵਨ 'ਚ ਜਿਹੜੀ ਯੋਜਨਾ ਆ ਉਹਦੇ ਤੋਂ ਲਾਂਭੇ ਹੋਣ ਲਈ ਕਹਿ ਦੇਗਾ, ਕਿਉਂਕਿ ਤੂੰ ਆਪਣੇ ਜੀਵਨ ਦੇ ਵਿੱਚੋਂ ਇਹ ਚੀਜ਼ਾਂ ਨੂੰ ਬਾਹਰ ਕੱਢ ਹੀ ਨਹੀਂ ਪਾ ਰਿਹਾ। ਤਾਂ ਆਈਏ, ਖਾਸ ਕਰਕੇ ਜਦੋਂ ਸਾਡੇ ਤੇ ਪਰਖ ਆਉਂਦੀ ਆ ਜਾਂ ਸਾਡੇ ਤੇ ਜਦੋਂ ਪਰਤਾਵਾ ਆਉਂਦਾ ਆ ਤੇ ਸਾਡੀ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ? ਪੜ੍ਹਦੇ ਹਾਂ ਜੀ ਯਾਕੂਬ 1:21। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ, ਹਾਂ, ਨੰਬਰ 1 ਕੀ ਕਹਿ ਰਿਹਾ ਪਰਮੇਸ਼ਰ ਦਾ ਵਚਨ? ਹਰ ਬੁਰਾਈ ਨੂੰ ਇੱਕ ਪਾਸੇ ਕਰਕੇ, ਹਾਂ, ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ। ਬੀਜਿਆ ਹੋਇਆ ਵਚਨ ਕੀ ਕਰਨਾ ਆ? ਪ੍ਰਾਪਤ ਕਰਨਾ, ਜਿਹੜਾ ਸਾਡੀਆਂ ਜਾਨਾਂ ਨੂੰ ਕੀ ਕਰੇਗਾ? ਬਚਾ ਸਕੇਗਾ। ਹੁਣ ਖਾਸ ਗੱਲ ਜੋ ਯਾਕੂਬ ਤੇ ਦੱਸਣ ਲਈ ਜਾ ਰਿਹਾ, ਯਾਕੂਬ ਕਹਿੰਦਾ, ਯਾਕੂਬ ਪਰਮੇਸ਼ਰ ਦੇ ਵਚਨ ਨੂੰ ਇੱਕ ਬਾਗ ਦੀ ਤਰ੍ਹਾਂ ਜਾਂ ਇੱਕ ਬਗੀਚੇ ਦੀ ਤਰ੍ਹਾਂ ਦੇਖਦਾ। ਕਹਿੰਦਾ ਉਹਦੇ ਵਿੱਚ ਕੀ ਬੀਜਿਆ ਹੋਇਆ ਆ? ਪਰਮੇਸ਼ਰ ਦਾ ਵਚਨ। ਹਰ ਰੋਜ਼ ਜਦੋਂ ਸੁਣਦੇ ਹੋ ਤੁਸੀਂ ਆਪਣੇ ਇਸ ਮਨ ਦੇ ਬਾਗ ਦੇ ਅੰਦਰ, ਤੁਸੀਂ ਪਰਮੇਸ਼ਰ ਦੇ ਵਚਨ ਨੂੰ ਕੀ ਕਰਦੇ ਹੋ? ਬੀਜਦੇ ਹੋ। ਤੇ ਹੁਣ ਤੁਹਾਡਾ ਇਹ ਕੰਮ ਆ ਕਿ ਇਸ ਗੱਲ ਲਈ ਤਿਆਰ ਰਹੋ ਕਿ ਸਾਰੀ ਬੁਰਾਈ ਨੂੰ ਕੱਢ ਕੇ ਉਸ ਵਚਨ ਨੂੰ ਜਿਹੜਾ ਬੀਜਿਆ ਆ ਉਹਨੂੰ ਕੀ ਕਰੋ? ਪੜੋ ਦੁਬਾਰਾ 21 ਵਚਨ।
ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਹਾਂ। ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਹੂੰ ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲਵੋ। ਕਹਿੰਦਾ ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਨਰਮਾਈ ਦੇ ਨਾਲ ਕੀ ਕਰ ਲਓ, ਉਹਨੂੰ ਕਬੂਲ ਕਰ ਲਓ। ਹੁਣ ਪਰਮੇਸ਼ਰ ਦਾ ਦਾਸ ਯਾਕੂਬ ਕਹਿੰਦਾ ਕਿ ਤੁਹਾਡੇ ਮਨ ਦੇ ਵਿੱਚ ਵਚਨ ਵੀ ਬੀਜਿਆ ਗਿਆ ਆ, ਪਰ ਉਹਦੇ ਨਾਲ ਨਾਲ ਜੰਗਲੀ ਬੂਟੀ ਵੀ ਬੀਜੀ ਆ। ਜਿਹੜੀ ਬੁਰਾਈ ਕਹਿ ਰਿਹਾ ਨਾ, ਉਹ ਬੁਰਾਈ ਇਹੀ ਹੈ ਜੋ ਤਿੰਨ ਚੀਜ਼ਾਂ ਹੀ ਪੜੀਆਂ ਨੇ। ਅਸੀਂ ਸੁਣਨ ਦੇ ਵਿੱਚ ਕਾਲੇ ਨਹੀਂ ਆ, ਅਸੀਂ ਸੁਣਨ ਨੂੰ ਤੇਜ਼ ਹੋਣਾ, ਔਰ ਗੁੱਸੇ 'ਚ ਕੀ ਹੋਣਾ, ਔਰ ਬੋਲਣ 'ਚ ਵੀ ਕੀ ਹੋਣਾ, ਔਰ ਹੋਰ ਵੀ ਕਈ ਬੁਰਾਈਆਂ ਨੇ। ਜਿਹੜੀਆਂ ਬੁਰਾਈਆਂ ਸਾਡੇ ਇਸ ਜੀਵਨ ਦੇ ਵਿੱਚ ਵੱਧ ਰਹੀਆਂ ਨੇ। ਇਸ ਕਾਰਨ ਪਰਮੇਸ਼ਰ ਹੁਣ ਕਹਿੰਦਾ ਜਿਹੜਾ ਤੁਸੀਂ ਵਚਨ ਸੁਣਿਆ ਨਾ, ਉਹਨੂੰ ਨਰਮਾਈ ਦੇ ਨਾਲ ਕਬੂਲ ਕਰੋ, ਔਰ ਇਸ ਸਾਰੀ ਗੰਦਗੀ ਨੂੰ ਜਿਹੜੀ ਕਿ ਪਰਮੇਸ਼ਰ ਦੇ ਵਚਨ ਦੇ ਨਾਲ ਜਾਂ ਉਹ ਤੋਂ ਵਿਰੁੱਧ ਉੱਠ ਕੇ ਤੁਹਾਡੇ ਜੀਵਨਾਂ ਦੇ ਵਿੱਚ ਕੰਮ ਕਰ ਰਹੀ ਆ, ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਫਲ ਲਿਆਉਣ ਤੋਂ ਰੋਕ ਰਹੀ ਆ, ਉਸ ਸਾਰੀ ਬੁਰਾਈ ਨੂੰ ਆਪਣੇ ਜੀਵਨ ਚੋਂ ਕੀ ਕਰਨਾ ਪੈਣਾ ਆ, ਕੱਢਣਾ ਪੈਣਾ। ਨਹੀਂ ਤੇ ਇਹ ਕੀ ਕਰੇਗੀ? ਇਹ ਜੰਗਲੀ ਬੂਟੀਆਂ ਲਿਖਿਆ ਨਾ, 3 ਉਦਾਹਰਨਾਂ ਦੱਸੀਆਂ ਪ੍ਰਭੂ ਯਿਸੂ ਮਸੀਹ ਨੇ। ਬੀਜ ਬੀਜਣ ਵਾਲਾ ਨਿਕਲਿਆ, ਉਹਨੇ ਕੀ ਕਰ ਦਿੱਤਾ? ਇੱਕ ਬੀਜ ਜੰਗਲੀ ਝਾੜੀਆਂ ਚੁੱਗਾ, ਜਿੱਥੇ ਜੰਗਲੀ ਝਾੜੀਆਂ ਨੇ ਕੀ ਕਰ ਲਿਆ ਉਹਨੂੰ, ਤੇ ਉਹ ਬੀਜ ਵੱਧ। ਪਰ ਪਰਮੇਸ਼ਰ ਦਾ ਵਚਨ ਹੁਣ ਕੀ ਕਹਿੰਦਾ? ਹੁਣ ਤੁਸੀਂ ਦੁਬਾਰਾ ਪੜ੍ਹਦੀ 20 ਵਚਨ ਇਹਦਾ, ਇਹ 21 ਵਚਨ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਇਸ ਕਾਰਨ ਹੁਣ ਤੁਸੀਂ ਹਰ ਪ੍ਰਕਾਰ ਦੇ ਗੰਦਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ। ਔਰ ਬਦੀ ਦੀ ਵਾਫਰੀ ਕਹਿਣ ਤੋਂ ਮਤਲਬ ਹਿੰਦੀ 'ਚ ਪੜ੍ਹੀਏ ਜੀ। इसलिए सारी मलिनता और वैर भाव की बढ़ती को दूर करके ਹੁਣ ਜਿਹੜਾ ਤੁਹਾਡੇ ਅੰਦਰ ਵੈਰ ਵਿਰੋਧ ਵੱਧ ਰਿਹਾ ਨਾ, ਇਹ ਬਦੀ ਜਿਹੜੀ ਵੱਧ ਰਹੀ ਆ, ਉਹਨੂੰ ਕੀ ਕਰਨਾ? ਹੁਣ ਉਹਨੂੰ ਦੂਰ ਕਰਨਾ ਆ। ਦੂਰ ਕਰਕੇ ਹਾਂ, ਉਸ ਬੀਜੇ ਹੋਏ ਨਹੀਂ ਵਚਨ ਹਿੰਦੀ 'ਚ ਪੜੋ। उस वचन को नम्रता से ग्रहण कर लो जो हृदय में बोया गया। ਹਾਂ, ਕਹਿੰਦਾ ਹੁਣ ਸਮਾਂ ਆ ਉਸ ਵਚਨ ਨੂੰ ਨਰਮਾਈ ਦੇ ਨਾਲ ਸਹਿਣ ਕਰਨ ਦਾ, ਜਿਹੜਾ ਕਿ ਤੁਹਾਡੇ ਦਿਲਾਂ ਦੇ ਵਿੱਚ ਕੀ ਕੀਤਾ ਹੋਇਆ। ਹੁਣ ਜੰਗਲੀ ਪੌਦਿਆਂ ਤੋਂ ਪਿੱਛਾ ਛਡਾਉਣ ਦਾ ਤਰੀਕਾ ਕੀ ਆ? ਗੌਰ ਦੇ ਨਾਲ ਸੁਣਿਓ। ਇਹ 3 ਤਰੀਕੇ ਨੇ। ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਆਪਣੇ ਜੀਵਨ 'ਚ ਇਹ ਜੋ ਬੁਰਾਈਆਂ ਉਗੀਆਂ ਨੇ ਉਹਨਾਂ ਨੂੰ ਬਾਹਰ ਕੱਢਣਾ, ਤਾਂ 3 ਤਰੀਕੇ ਨੇ। ਨੰਬਰ 1, ਪਰਮੇਸ਼ਰ ਤੋਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਅੱਗੇ ਇਹ ਅੰਗੀਕਾਰ ਕਰਕੇ ਪਰਮੇਸ਼ਰ ਤੋਂ ਮਾਫੀ ਮੰਗੀਏ। ਕਈ ਮਸੀਹੀ ਜਾਂ ਜ਼ਿਆਦਾਤਰ ਅਸੀਂ 1 ਨੰਬਰ ਤੇ ਅੜੇ ਰਹਿੰਦੇ ਆ। ਮਾਫੀ ਮੰਗ ਲਈ, ਕਿ ਮਾਫੀ ਮੰਗਣ ਦੇ ਨਾਲ ਇਹ ਬੁਰਾਈ ਨਿਕਲ ਜਾਏਗੀ? ਮਾਫੀ ਮੰਗਣ ਦੇ ਨਾਲ ਬੁਰਾਈ ਨਹੀਂ ਨਿਕਲਦੀ। ਮਾਫੀ ਮੰਗਣ ਦੇ ਨਾਲ ਉਸ ਬੁਰਾਈ ਦਾ ਦੰਡ ਖਤਮ ਹੁੰਦਾ। ਸਿਰਫ ਬੁਰਾਈ ਹਜੇ ਕੱਢਣੀ ਬਾਕੀ ਆ। ਨੰਬਰ 1 ਕੀ ਕਰੀਏ? ਸਭ ਤੋਂ ਪਹਿਲਾਂ ਅੰਗੀਕਾਰ ਕਰੀਏ ਕਿ ਹਾਂ ਪਰਮੇਸ਼ਰ ਮੇਰੇ ਕੋਲ ਗਲਤੀ ਹੋਈ ਆ, ਮੈਂ ਮਾਫੀ ਮੰਗਦਾ, ਇਹ ਬੁਰਾਈਆਂ ਮੇਰੇ ਜੀਵਨ 'ਚ ਆਈਆਂ। ਨੰਬਰ 2, ਆਪਣੇ ਫਿਰ ਪਰਮੇਸ਼ਰ ਨੂੰ ਕਹੋ ਕਿ ਮੇਰੀ ਇਸ ਦਿਲ ਦੀ ਮਿੱਟੀ ਨੂੰ ਕੀ ਕਰ, ਨਰਮ ਕਰ। ਮੇਰੀ ਦਿਲ ਦੀ ਮਿੱਟੀ ਨੂੰ ਨਰਮ ਕਰ। ਤੁਸੀਂ ਜਾਣਦੇ ਹੋ ਸਖਤ ਮਿੱਟੀ ਚੋਂ ਜੇਕਰ ਤੁਸੀਂ ਕੁਝ, ਉਹਨੇ ਪੂਰੀ ਉਦਾਹਰਨ ਦਿੱਤੀ ਹੈ ਜਿਸ ਤਰ੍ਹਾਂ ਇੱਕ ਬਗੀਚੇ ਨੂੰ ਅਸੀਂ ਕਿਸ ਤਰ੍ਹਾਂ ਸਾਫ਼ ਕਰਨਾ। ਜਿਸ ਤਰ੍ਹਾਂ ਤੁਸੀਂ ਸਖਤ ਜ਼ਮੀਨ ਦੇ ਵਿੱਚੋਂ ਜੇਕਰ ਕੁਝ ਪੁੱਟਣ ਦੀ ਕੋਸ਼ਿਸ਼ ਕਰੋਗੇ, ਜਾਂ ਤੇ ਉਹ ਅੱਧ ਚੋਂ ਟੁੱਟ ਜਾਏਗਾ, ਜਾਂ ਤੇ ਫਿਰ ਜੜ ਦੇ ਉੱਤੋਂ ਟੁੱਟ ਜਾਏਗਾ। ਜੜ ਉਹਦੀ ਕੀ ਰਹੇਗੀ? ਅੰਦਰ ਹੀ ਰਹੇਗੀ। ਕੁਝ ਦੇਰ ਦੇ ਲਈ ਤੁਸੀਂ ਆਪਣੇ ਆਪ ਨੂੰ ਸਾਫ਼ ਮਹਿਸੂਸ ਕਰੋਗੇ, ਪਰ ਥੋੜੀ ਦੇਰ ਬਾਅਦ ਫਿਰ ਉਹ ਬੁਰਾਈ ਦੀ ਜੜ ਪੁੰਗਰ ਜਾਏਗੀ, ਫਿਰ ਤੁਹਾਡੇ ਜੀਵਨ ਦੇ ਵਿੱਚ ਬੁਰਾਈ ਆਉਣੀ ਸ਼ੁਰੂ ਹੋ ਜਾਏਗੀ। ਇਸ ਕਾਰਨ ਕੀ ਕਰਨਾ? ਤੁਸੀਂ ਜਾਣਦੇ ਹੋ, ਮੈਂ ਕੱਲ ਆ ਰਿਹਾ ਸੀ ਕਿਤੇ, ਔਰ ਪਰਸੋਂ ਜੋ ਬਾਰਿਸ਼ ਹੋਈ ਆ, ਉਹਦਾ ਬਾਰਿਸ਼ ਦਾ ਫਾਇਦਾ ਲੋਕਾਂ ਨੇ ਉਠਾਇਆ। ਲੋਕਾਂ ਦੀਆਂ ਖੇਤਾਂ ਦੇ ਨਾਲ ਨਾਲ ਜਿਹੜੀਆਂ ਵਾਧੂ ਬੂਟੀਆਂ ਸੀ ਨਾ, ਬਾਰਿਸ਼ ਆਉਣ ਦੇ ਨਾਲ ਮਿੱਟੀ ਨਰਮ ਹੋ ਗਈ। ਉਹਨਾਂ ਨੇ ਉਹਨਾਂ ਨੂੰ ਹੱਥ ਨਾਲ ਕੀ ਕਰ ਦਿੱਤਾ, ਪੁੱਟ ਕੇ ਤੇ ਸੜਕਾਂ 'ਤੇ ਸੁੱਟ ਰਹੇ ਨੇ। ਜੇ ਕਿਸੇ ਹਥਿਆਰ ਨਾਲ ਵੱਢਦੇ ਤੇ ਜੜ ਅੰਦਰ ਹੀ ਰਹਿਣੀ ਸੀ, ਪਰ ਹੁਣ ਜ਼ਮੀਨ ਨਰਮ ਹੋ ਚੁੱਕੀ ਸੀ। ਨਰਮ ਜ਼ਮੀਨ ਚੋਂ ਇਸ ਜੰਗਲੀ ਬੂਟੀ ਨੂੰ ਪੁੱਟਣਾ ਬੜਾ ਆਸਾਨ ਆ। ਤੇ ਜ਼ਮੀਨ ਨਰਮ ਕਿਸ ਤਰ੍ਹਾਂ ਹੋਵੇਗੀ? ਜਦੋਂ ਪਰਮੇਸ਼ਰ ਦੀ ਆਤਮਾ ਦੀ ਬਾਰਿਸ਼ ਤੁਹਾਡੇ ਤੇ ਹੋਏਗੀ ਨਾ, ਤੁਹਾਡੀ ਸਖਤ ਪਈ ਜ਼ਮੀਨ ਕੀ ਹੋ ਜਾਵੇਗੀ? ਨਰਮ ਹੋ ਜਾਏਗੀ। ਮਾਫੀ ਮੰਗੀਏ ਪਰਮੇਸ਼ਰ को, प्रभु मेरे ऊपर अपने आत्मा ਦੀ ਬਾਰਿਸ਼ ਭੇਜ, ਮੈਨੂੰ ਆਪਣੇ ਆਤਮਾ ਦੀ ਬਾਰਿਸ਼ ਦੇ ਨਾਲ ਗਿੱਲਾ ਕਰ, ਨਵਾਲ ਮੈਨੂੰ,
ताकि मेरे दिल की मिट्टी की हो जाए। तो फिर उस नरम मिट्टी दे विचों ये जो जंगली बूटी, ये जो बुराई उगी आ, मैं उन्होंने जड़ तो पुट सकांगा। ये तीन अपने जीवन चो बुराई कड्ढण दे तीन तरीके ने। सब तो पहला तो माफ़ी और अंगीकार, दूसरा अपने दिल की मिट्टी नूं परमेश्वर नूं कहिए कि इनू नरम कर, और तीसरा हुण प्रभु तेरा वचन मेरे जीवन ते पूरा कब्जा कर ले। हुण इन्हां जंगली बूटियां नूं मेरे जीवन ते कब्जा करन दा जां अधिकार करन दा की नहीं आ, मौका नहीं आ, अधिकार करन दा हक नहीं आ। ये तीन गल्लां जेकर तुसीं करोगे तो परमेश्वर तुहाडे जीवन दे विच एक अच्छा फल लैके आउण लई तुहाडी मदद करेगा। और असी ये बाइबल पढ़ के नहीं होना। मैं क्यों कहा बाइबल पढ़ के? कई विश्वासियों की सवेरे रूटीन है, उन्हें उठ के सवेरे बाइबल पढ़नी है, पर जेकर बाद च उन्होंने जीवन वेखिए, जीवन च कोई भी फायदा नहीं। ये सिर्फ बाइबल पढ़न दे नाल नहीं। हुण बाइबल पढ़न दे तरीके की है, ये थोड़ा समझियो। बाइबल पढ़न का तरीका की है? जो तुसीं वचन पढ़ते हो, नंबर एक, सब तो पहला उहदे च वेखो कि इहदे विच मेरी अगवाई दे लई कोई उदाहरण हैगी है। सब तो पहला जो तुसीं वचन पढ़ते हो, ये देखो कि इस वचन दे विच मेरी अगवाई दे लई कोई उदाहरण है। दूसरा, इस वचन दे विच कोई आग्या है जिहदी मैं पालना करनी है। ਜਦੋਂ ਤੁਸੀਂ वचन पढ़ते हो, ਤੁਸੀਂ वचन विचों अगवाई भी लभनी आ ते आग्या भी लभनी आ। ये वचन मेरी अगवाई करे, इस वचन दे विच जो आग्या आ वो मैं की करनी आ, पूरी करनी आ। और जेकर ये वचन मेरे जीवन च कोई गलती जां कोई पाप दसदा आ और ओदे तो मैं बचना आ। चौथा, ये जेकर कोई वादा है ना, उस वादे नूं भी की करना, मैं पूरियां करना। इन्हां चार तरीकों नूं मद्दे नज़र रखते हुए तुसीं बाइबल नूं पढ़ना आ। सिर्फ एवें नहीं, रूटीन नहीं पूरी करनी कि तुसीं अपने घरदियां सामने तुसीं बाइबल पढ़ो, ये लागे छागे दे लोकां 'च प्रचार करन, साडा बेटा, साडी बेटी, साडा भाई, ते सवेरे उठ के की पढ़दा, उहदा की फायदा? ये तुसीं अपनी शोभा, अपनी वडियाई करवा सकते हो कि तुहाडे घर दे बाहर जा कहण, साडा बच्चा, साडी बच्ची, साडा भाई सवेरे उठ के की करदा आ। पर याद रखो, जो तुसीं वचनां नूं पढ़ रहे हो, ये चार चीज़ां नूं ध्यान च रखना आ। नंबर एक, उहदे चों वेखना कि इहदे चों मैनूं अज अगवाई की मिली आ। नंबर दो, ये वेखना कि इहदे विच मेरे लिए आग्या की आ। नंबर तीन, ये वेखना कि अज इहने मेरी की गलती दसी है जां की पाप दसिया जिन्होंने मैं बाहर कढना। नंबर चार, कि मेरे लिए इस वचन दे विच कोई वादा हैगा, जिस वादे नूं मैं की करना। सिर्फ पढ़ना नहीं, उहदे चों अपने लिए अगवाई वेखनी, उहदे चों अपने लिए आग्या देखनी, उहदे चों अपनी गलती जां पाप दे प्रति उहनूं कड्ढण दी एक हुक्म देखना, और उहदे विच कोई वादा देखना जिहड़ा असीं पूरा करना। ते फिर तुहाडा इन्हां वचनां नूं पढ़ना मुकम्मल आ। नहीं तो फिर सिर्फ तुहाडे लिए एक अखबार ही आ, नहीं तो सिर्फ तुहाडे लिए एक अच्छियां कहानियां वाली एक बुक आ, जिहदा कोई फायदा नहीं होना। की कहंदा परमेश्वर दा वचन? इन्हां वचनां नूं नरमाई दे नाल की कर लो, कबूल कर लो। नरमाई दे नाल क्यों कबूल करन लई कहा गया? नंबर एक, जदों तुसीं इहनूं नरमाई दे नाल कबूल करदे हो ना, तुसीं इहनूं समझदे हो कि इह की आ। नंबर दो, जदों तुसीं इहनूं नरमाई दे नाल कबूल करदे हो ना, तुसीं इन्हां वचनां दे नाल कदी वाद विवाद नहीं करोगे। तुसीं इहनूं परमेश्वर दी आवाज़ समझ के इहदे अगे सिर झुकाओगे। जदों तुसीं इहनूं नरमाई नाल कबूल करदे हो ना, तुसीं इहदे विच अपनी सोच नूं मिला के इहदे विच फेर बदल करन दी कोशिश नहीं करोगे। याद रखियो, जदों तुसीं इहनूं नरमाई नाल कबूल करदे हो, तुसीं बिना वाद विवाद दे नूं कबूल करदे। जदों तुसीं इहनूं नरमाई दे नाल कबूल करदे हो, तुसीं इहनूं परमेश्वर दी आवाज़ समझ के कबूल करदे हो। जदों तुसीं इहनूं नरमाई नाल कबूल करदे हो, तुसीं इहदे विच अपनी सोच नूं ना मिला के कोई इहदे च फेर बदल करन दी कोशिश नहीं करदे। तो जेकर तुसीं इहदे अंदर कोई फेर बदल करन दी कोशिश कर रहे हो अपने तरीके, एक वचन लिखिया ना, पढ़िए जरा, दूसरा तीमुथियुस 4 बाब 3 वचन। ये अपनी सोच दे नाल
ਆਪਣੀ ਸੋਚ ਇਸ ਵਚਨ 'ਚ ਮਿਲਾ ਕੇ ਫੇਰ ਬਦਲ ਕਰਨਾ ਕੀ ਹੁੰਦਾ ਹੈ। ਦੂਸਰਾ ਤਿਮੋਥੀਅਸ 4 ਬਾਬ ਉਹਦਾ 3 ਵਚਨ। ਕਿਉਂ ਜੋ ਉਹ ਸਮਾਂ ਆਵੇਗਾ, ਹਾਂ, ਕਹਿੰਦਾ ਜਦੋਂ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਜਦੋਂ ਲੋਕ ਖਰੀ ਸਿੱਖਿਆ ਨੂੰ ਨਾ ਸਹਿਣਗੇ। ਲੋੜ ਹੈ ਖਰੀ ਸਿੱਖਿਆ ਦੇ ਅੱਗੇ ਸਿਰ ਝੁਕਾਉਣ ਦਾ, ਲੋੜ ਹੈ ਖਰੀ ਸਿੱਖਿਆ ਦੇ ਅੱਗੇ ਨਰਮਾਈ ਦੇ ਨਾਲ ਬੈਠਣ ਦਾ, ਲੋੜ ਹੈ ਖਰੀ ਸਿੱਖਿਆ ਨੂੰ ਮੰਨਣ ਦਾ। ਚਾਹੇ ਖਰੀ ਸਿੱਖਿਆ ਮੇਰੇ ਲਈ ਕਿਸੇ ਤਰੀਕੇ ਦੇ ਨਾਲ ਮੇਰੇ ਸਰੀਰਕ ਤੌਰ ਤੇ, ਮੇਰੀ ਫਾਈਨੈਂਸ਼ੀਅਲ ਤੌਰ ਤੇ, ਮੇਰੇ ਪਰਿਵਾਰਕ ਤੌਰ ਤੇ ਕਿਸੇ ਛੋਟੇ ਨੁਕਸਾਨ ਦਾ ਕਾਰਨ ਹੀ ਕਿਉਂ ਨਾ ਹੋਵੇ, ਸ਼ਾਇਦ ਇਹਨੂੰ ਮੰਨਣ ਦੇ ਕਾਰਨ ਮੈਨੂੰ ਤੰਗੀ ਚੋਂ ਕਿਉਂ ਨਾ ਨਿਕਲਣਾ ਪਵੇ, ਮੈਂ ਮੰਨਾਂਗਾ, ਕਿਉਂਕਿ ਯਹੋਵਾ ਪਰਮੇਸ਼ਰ ਮੇਰੇ ਨਰਮਾਈ ਦੇ ਨਾਲ ਇਸ ਵਚਨ ਨੂੰ ਕਬੂਲ ਕਰਨਾ। ਪਰ ਕਹਿੰਦਾ ਐਸਾ ਸਮਾਂ ਆਵੇਗਾ, ਹਾਂ, ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਖਰੀ ਸਿੱਖਿਆ ਨੂੰ ਨਾ ਸਹਿਣਗੇ, ਜਦੋਂ ਲੋਕ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਣ ਦੇ ਕਾਰਨ, ਖਰੀ ਸਿੱਖਿਆ ਉਹਨਾਂ ਦੇ ਕੰਨਾਂ 'ਚ ਕੀ ਹੋਵੇਗੀ? ਤੁਸੀਂ ਵੇਖੋ, ਜਦੋਂ ਤੁਹਾਨੂੰ ਕੋਈ ਕਿਸੇ ਨੂੰ ਤੁਸੀਂ ਦੇਖਦੇ ਹੋ, ਕੋਈ ਕਿਸੇ ਨੂੰ ਸਮਝਾ ਰਿਹਾ ਤੇ ਉਹ ਸਮਝਦਾ ਅੱਗੋਂ ਸੁਣਦਾ ਨਹੀਂ ਹੈ, ਬਸ ਐਵੇਂ ਹੀ। ਇਸ ਤਰ੍ਹਾਂ ਲੋਕ ਅੱਜ ਖਰੇ ਉਪਦੇਸ਼ ਨੂੰ, ਜਦੋਂ ਖਰੇ ਉਪਦੇਸ਼ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ। ਪਿੱਛੇ ਜੇ ਇੱਕ ਭਾਈ ਸੀ, ਉਹ ਮੇਰਾ ਦੋਸਤ ਆ, ਉਹ ਵੀ ਗੋਸਪਲ ਸਿੰਗਰ ਆ। ਉਹਨਾਂ ਨੇ ਸਾਡੇ ਪਾਸਟਰ ਨੂੰ ਕਿਹਾ ਕਿ ਤੁਹਾਡੇ ਪਾਸਟਰ ਜੀ ਦੇ ਨੂੰ ਜਦੋਂ ਕਦੇ ਉਹ ਲਾਈਵ ਹੁੰਦੇ ਨੇ 50-60 ਜਾਣੇ ਵੇਖਦੇ ਨੇ, ਸਾਨੂੰ ਵੇਖੋ ਸਾਡੇ ਹਜ਼ਾਰਾਂ ਦੇ ਹਿਸਾਬ ਨਾਲ ਹੁੰਦੇ ਨੇ। ਭਾਈ ਇਹ ਖਰੀ ਸਿੱਖਿਆ ਆ, ਇਹ ਸੁਣਨ ਲੱਗੇ ਲੋਕਾਂ ਦੇ ਕੰਨਾਂ 'ਚ ਜਲੂਣ ਹੁੰਦੀ ਆ, ਇਸ ਕਾਰਨ ਇੱਥੇ ਘੱਟ ਲੋਕ ਆਉਂਦੇ ਨੇ। ਪਰ ਯਾਦ ਰੱਖ, ਜਿਹੜੇ ਇੱਥੇ ਬਹਿੰਦੇ ਨੇ ਉਹ ਸਵਰਗ ਦੇ ਅਧਿਕਾਰੀ ਹੋਣਗੇ, ਕਿਉਂਕਿ ਵਚਨ ਕਹਿੰਦਾ ਭੀੜਾਂ ਕਿੱਧਰ ਨੂੰ ਜਾਣਗੀਆਂ? ਨਰਕ ਵੱਲ ਨੂੰ। ਖੁੱਲਾ ਰਸਤਾ ਲੱਭ ਕੇ ਜਾਣਗੇ, ਪਰ ਆਖਰੋਂ ਮੌਤ ਦੀ ਫਾਈ ਆ। ਬੇਸ਼ੱਕ ਸਾਡੇ ਅੱਗੇ 50-60 ਬੈਠੇ ਨੇ, ਪਰ ਇਹ ਕੰਨਾਂ ਦੀ ਜਲੂਣ ਵਾਲੇ ਨਹੀਂ ਆ, ਇਹ ਪਰਮੇਸ਼ਰ ਨੂੰ ਨਮਰਤਾ ਨਾਲ ਕਬੂਲ ਕਰਨ ਵਾਲੇ ਨੇ, ਤਾਂ ਹੀ ਬੈਠੇ ਨੇ ਅੱਜ ਇੱਥੇ। ਹਾਲੇਲੂਇਆ। ਕਹਿੰਦਾ ਸਮਾਂ ਆਉਣਗਾ ਜਦੋਂ ਲੋਕ ਖਰੀ ਸਿੱਖਿਆ ਕੰਨਾਂ 'ਚ ਕੀ ਕਰੇਗੀ? ਫਿਰ ਉਹ ਕੀ ਕਰਨਗੇ? ਹਾਂ, ਆਪਣੇ ਵਿਸ਼ਿਆਂ ਦੇ ਅਨੁਸਾਰ, ਫਿਰ ਉਹ ਆਪਣੀਆਂ ਮਰਜ਼ੀਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਫਿਰ ਆਪਣੀਆਂ ਮਰਜ਼ੀਆਂ, ਜਿਹੜੀਆਂ ਸਾਡੀ ਮਰਜ਼ੀ ਪੂਰੀ ਕਰਨ ਵਾਲਾ ਸਾਨੂੰ ਪਾਸਟਰ ਚਾਹੀਦਾ। ਸਾਨੂੰ ਉਹ ਪਾਸਟਰ ਚਾਹੀਦਾ ਜਿਹੜਾ ਸਾਡੀ ਮਰਜ਼ੀ ਪੂਰੀ ਕਰੇ। ਪਰਮੇਸ਼ਰ ਸਾਡੀ ਮਰਜ਼ੀ ਪੂਰੀ ਕਰਨ ਲਈ ਨਹੀਂ ਆਇਆ। ਇਹ ਯਿਸੂ ਮਸੀਹ ਵੀ ਆਇਆ ਸੀ, ਉਹ ਸਾਡੀ ਜਾਂ ਆਪਣੀ ਮਰਜ਼ੀ ਪੂਰੀ ਕਰਨ ਲਈ ਨਹੀਂ ਆਇਆ। ਕਹਿੰਦਾ ਮੈਂ ਆਪਣੇ ਪਿਤਾ ਦੀ ਮਰਜ਼ੀ ਕੀ ਕਰਦਾ ਆ। ਪਰਮੇਸ਼ਰ ਨੇ ਸਾਨੂੰ ਸਾਡੀਆਂ ਮਰਜ਼ੀਆਂ ਪੂਰੀਆਂ ਕਰਨ ਲਈ ਨਹੀਂ, ਪਰਮੇਸ਼ਰ ਨੇ ਆਪਣੀ ਮਰਜ਼ੀ ਪੂਰੀ ਕਰਨ ਲਈ ਸਾਨੂੰ ਬਣਾਇਆ ਆ। ਤਾਂ ਹੀ ਤੇ ਅਸੀਂ ਰਬਾਨੀ ਦੁਆ ਜਦੋਂ ਸਿਖਾਈ ਸੀ, ਕੀ ਕਹਿੰਦੇ ਸੀ? ਇਹ ਸਾਡੇ ਬਾਪ ਜੋ ਤੂੰ ਕੀ ਆ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ 'ਚ ਪੂਰੀ ਹੁੰਦੀ ਹੈ ਉਸ ਤਰ੍ਹਾਂ ਕਿੱਥੇ ਹੋਵੇ। ਕਿ ਜ਼ਮੀਨ ਦਾ ਹਰ ਇੱਕ ਬਸ਼ਰ, ਜ਼ਮੀਨ ਦਾ ਹਰ ਇੱਕ ਇਨਸਾਨ, ਜ਼ਮੀਨ ਦਾ ਹਰ ਇੱਕ ਬੰਦਾ, ਜ਼ਮੀਨ ਦਾ ਹਰ ਇੱਕ ਜੀਵ ਤੇਰੀ ਮਰਜ਼ੀ ਨੂੰ ਪੂਰਿਆ ਕਰੇ ਪਿਤਾ। ਇਸ ਕਾਰਨ ਅੱਜ ਲੋਕ ਜੇਕਰ ਕਿਸੇ ਨੂੰ ਕੋਈ ਬਿਮਾਰ ਆ ਤੇ ਉਹਨੂੰ ਉਹ ਪਾਸਟਰ ਚਾਹੀਦਾ ਜਿਹੜਾ ਚੰਗਾ ਕਰ ਦੇਵੇ। ਜੇਕਰ ਕੋਈ ਫਾਈਨੈਂਸ਼ੀਅਲ ਤੌਰ ਤੇ ਕਮਜ਼ੋਰ ਆ, ਉਹਨੂੰ ਉਹ ਪਾਸਟਰ ਚਾਹੀਦਾ ਜਿਹੜਾ ਦੁਆ ਕਰੇ ਤੇ ਝਾਟੀ ਖਜ਼ਾਨੇ ਖੁੱਲ ਜਾਣ। ਆਪਣੀ ਆਪਣੀ ਮਰਜ਼ੀ। ਤਾਂ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਸਭ ਆਪੋ ਆਪਣੇ ਕੀ ਨੇ? ਮਤਲਬ ਦੇ ਯਾਰ ਨੇ, ਮਸੀਹ ਦਾ ਕੋਈ ਵੀ ਯਾਰ ਨਹੀਂ। ਮੇਰੇ ਪਿਆਰੇ, ਤੁਸੀਂ ਬੇਸ਼ੱਕ ਘੱਟ ਹੀ ਹੋ, ਪਰ ਦਾਅਵੇ ਨਾਲ ਕਹੋ, ਖੁਸ਼ ਹੋਵੋ, ਤੁਸੀਂ ਮਸੀਹ ਦੇ ਯਾਰ ਹੋ। ਤੁਸੀਂ ਪਰਮੇਸ਼ਰ ਦੀ ਮਰਜ਼ੀ ਪੂਰੀ ਕਰ ਰਹੇ ਹੋ। ਪਰਤਾਵੇ ਆਉਣਗੇ, ਪਰ ਪਰਤਾਵਿਆਂ ਦੇ ਵਿੱਚੋਂ ਪਰਮੇਸ਼ਰ ਤੁਹਾਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ। ਇਹ ਜੋ ਗੱਲਾਂ ਸਿਖਾਈਆਂ ਗਈਆਂ ਨੇ, ਇਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰਨਾ। ਜਦੋਂ ਤੁਸੀਂ ਪਰਤਾਵੇ ਦੇ ਵਿੱਚੋਂ ਲੰਘ ਰਹੇ ਹੋ, ਲਾਲ ਸਮੁੰਦਰ ਦੀ ਤਰ੍ਹਾਂ ਤੁਹਾਡੇ ਪਰਤਾਵਿਆਂ ਚੋਂ ਰਾਹ ਖੁੱਲ ਜਾਣਗੇ। ਇੱਕ ਵਚਨ ਪੜ੍ਹ ਕੇ ਅਸੀਂ ਸਮਾਪਤ ਕਰਾਂਗੇ। ਯਾਕੂਬ ਦੀ ਪੱਤਰੀ 1 ਬਾਬ 22 ਵਚਨ। ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ। ਹਾਂ, ਕਹਿੰਦਾ ਬਚਨ ਉੱਤੇ ਕੀ ਕਰਨ ਵਾਲੇ ਹੋਵੋ? ਅਮਲ ਕਰਨ ਵਾਲੇ ਹੋਵੋ। ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਨਿਰੇ ਕੀ ਨਾ ਹੋਵੋ? ਫਿਰ ਉਹ ਜੋ ਗੱਲ ਕਰ ਰਹੇ ਸੀ, ਬਾਈਬਲ ਪੜ੍ਹਦੇ ਹਾਂ ਅਸੀਂ, ਸੁਣਦੇ ਹਾਂ, ਪਰ ਅਸੀਂ ਸਮਝਦੇ ਨਹੀਂ, ਚੱਲਦੇ ਨਹੀਂ। ਅੱਜ ਦੇ ਵਚਨ ਦੇ ਵਿੱਚੋਂ ਵੀ ਜੋ ਤੁਸੀਂ ਸੁਣ ਰਹੇ ਹੋ, ਤੁਸੀਂ ਇਹਨਾਂ ਵਚਨਾਂ ਚੋਂ ਇਹ ਦੇਖੋ ਕਿ ਤੁਹਾਡੀ ਅਗਵਾਈ ਦੇ ਲਈ ਪਰਮੇਸ਼ਰ ਨੇ ਅੱਜ ਤੁਹਾਡੇ ਨਾਲ ਕੀ ਗੱਲ ਕੀਤੀ ਆ। ਅੱਜ ਦੇ ਇਹਨਾਂ ਵਚਨਾਂ ਦੇ ਵਿੱਚ ਤੁਹਾਨੂੰ ਪਰਮੇਸ਼ਰ ਨੇ ਕੀ ਆਗਿਆ ਦਿੱਤੀ ਆ।
ਅੱਜ ਇਹਨਾਂ ਵਚਨਾਂ ਦੇ ਵਿੱਚ ਪਰਮੇਸ਼ਰ ਨੇ ਤੁਹਾਡੀ ਕਿਹੜੇ ਪਾਪ ਜਾਂ ਕਿਹੜੀ ਗਲਤੀ ਤੇ ਉਂਗਲੀ ਰੱਖੀ ਹੈ ਕਿ ਇਹ ਨਹੀਂ ਚਾਹੀਦੀ। ਹੁਣ ਅੱਜ ਦੇ ਇਹਨਾਂ ਵਚਨਾਂ ਦੇ ਵਿੱਚ ਤੁਹਾਨੂੰ ਪਰਮੇਸ਼ਰ ਨੇ ਕਿਹੜਾ ਵਾਅਦਾ ਕਰਨ ਲਈ ਕਿਹਾ, ਇਹਨੂੰ ਜਾਂਚਦੇ ਹੋਏ ਜਦੋਂ ਤੁਸੀਂ ਇਹ ਸਮਝਣਾ ਬੈਠੋਗੇ, ਪਰਮੇਸ਼ਰ 1000 ਗੁਣਾ ਇਸ ਵਚਨ ਦੇ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇਗਾ। ਤਾਂ ਆਈਏ ਥੋੜੀ ਦੇਰ ਆਪਣੇ ਆਪ ਨੂੰ ਪਰਮੇਸ਼ਰ ਦੇ ਕਦਮਾਂ 'ਚ ਦੀਨ ਕਰੀਏ, ਨਰਮਾਈ ਦੇ ਨਾਲ ਇਹਨਾਂ ਵਚਨਾਂ ਨੂੰ ਕਬੂਲ ਕਰੀਏ। ਪ੍ਰਭੂ, ਮੈਂ ਸੁਣਨ ਦੇ ਵਿੱਚ ਕਾਲਾ ਹੋਵਾਂਗਾ, ਉਹ ਵੀ ਤੇਰੀ ਬਾਣੀ। ਪ੍ਰਭੂ, ਮੈਂ ਬੋਲਣ ਦੇ ਵਿੱਚ ਧੀਰਾ ਰਵਾਂਗਾ, ਔਰ ਮੈਂ ਗੁੱਸੇ ਦੇ ਵਿੱਚ ਵੀ ਪਿਤਾ ਧੀਮਾ ਹੋਵਾਂਗਾ। ਇਹਨਾਂ ਵਚਨਾਂ ਨੂੰ ਮੇਰੇ ਜੀਵਨ 'ਚ ਪੂਰਾ ਕਰਨ ਲਈ ਮਦਦ ਕਰ, ਔਰ ਮੈਨੂੰ ਮੇਰੇ ਜੀਵਨ 'ਚੋਂ ਸਾਰੀ ਬੁਰਾਈ ਕੱਢਣ ਲਈ ਤੂੰ ਮਦਦ ਕਰ ਪਿਤਾ। ਮੇਰੇ ਦਿਲ ਦੀ ਇਸ ਮਿੱਟੀ ਨੂੰ ਨਰਮ ਕਰ, ਆਪਣੇ ਪਵਿੱਤਰ ਆਤਮਾ ਦੇ ਪਾਣੀ ਦੇ ਨਾਲ, ਆਪਣੇ ਪਵਿੱਤਰ ਆਤਮਾ ਦੀ ਬਾਰਿਸ਼ ਦੇ ਨਾਲ ਮੇਰੇ ਇਸ ਦਿਲ ਦੀ ਮਿੱਟੀ ਨੂੰ ਨਰਮ ਕਰ, ਤਾਂ ਕਿ ਮੈਂ ਇਸ ਪਾਪ ਨੂੰ, ਇਹਨਾਂ ਗਲਤੀਆਂ ਨੂੰ ਜੜ ਤੋਂ ਉਖਾੜ ਸਕਾਂ ਪਿਤਾ। प्रार्थना करेंगे। हालेलुया। धन्यवाद हो, धन्यवाद 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 धन्यवाद। सर्वशक्तिमान पिता परमेश्वर तेरा धन्यवाद हो। अज दे वचनां दे लई पिता परमेश्वर तेरा धन्यवाद हो। हालेलुया हालेलुया हालेलुया। तो आइए असीं गीत गावांगे। इस गीत की किताब विचों गीत नंबर 126। जेकर तुहाडे कोल PDF फाइल तुहाडे मोबाइल दे विच आ, उत्थे भी गीत 126 नंबर जा एक अद्धा अगे पिछे होएगा। गीत आ जीवन का मेरे तू रखवाला, हर पल तू मेरा विधाता है। जीवन का मेरे तू रखवाला, हर पल तू मेरा विधाता है। जीवन का मेरे तू रखवाला, हर पल तू मेरा विधाता है। जीवन की कश्ती फंसती भंवर में, तू ही तो केवल हारा है। जीवन की कश्ती फंसती भंवर में, तू ही तो केवल हारा है। जीवन का मेरे तू रखवाला, हर पल तू मेरा। हाँ, जीवन का मेरे तू रखवाला, हर पल तू मेरा विधाता है। जीवन की किस्ती फंसती भंवर में, तू ही तो केवल हारा है। जीवन की किस्ती फंसती भंवर में, तू ही तो केवल हारा है। जीवन का मेरे तू रखवाला, हर पल तू मेरा विधाता है। जीवन का मेरे तू रखवाला, हर पल तू मेरा विधाता है। जीवन जब होता उदास, होती नहीं जब आस। जीवन जब होता उदास, होती नहीं जब आस। आती है तेरी आवाज़, आ जाओ तुम मेरे पास। आती है तेरी आवाज़, आ जाओ तुम मेरे पास। तेरे सहारे बिना होती है राहें वीरान। तेरे सहारे बिना होती है राहें वीरान। जीवन का मेरे तू रखवाला, हर पल तू मेरा विधाता है। जीवन का मेरे तू रखवाला, हर पल जीवन का मेरा
यही तमन्ना मेरी, गाता रहूं तेरे गीत। यही तमन्ना मेरी, गाता रहूं तेरे गीत। तुझको न छोड़ूं कभी, नाता न टूटे कभी। तुझको न छोड़ूं कभी, नाता न टूटे कभी। जीवन का मेरे तू रखवाला, हर पल तू मेरा विधाता है। जीवन का मेरे तू रखवाला है। जीवन की किस्ती फंसती बवर में, तू ही तो केवन हारा है। जीवन की किस्ती फंसती बवर में, तू ही तो केवन हारा है। जीवन का मेरे तू रखवाला, हर पल तू मेरा विधाता है। जीवन का मेरे तू रखवाला है। जीवन के सागर में डूबे जब नैया मेरी, जीवन के हालेलुया, डूबे जब नैया मेरी, तूफानी मौसम में चल कर तू आना तभी। तूफानी चल कर तू आना तभी। सांसों को मेरे प्रभु सरगम नया देना। सांसों को मेरे प्रभु सरगम नया देना। हालेलुया। जीवन का मेरे तू रखवाला, हर पल तू मेरा विधाता है। जीवन का मेरे तू रखवाला, विधाता है। जीवन की किस्ती फंसती भंवर में, तू ही तो केवन हारा है। जीवन की किस्ती फंसती भंवर में, तू ही तो केवन हारा है। जीवन का मेरे तू रखवाला, हर पल तू मेरा विधाता है। जीवन का मेरे तू रखवाला, हर पल तू मेरा विधाता है। जीवन का मेरे तू रखवाला, हर पल तू मेरा विधाता है। हालेलुया। धन्यवाद हो सर्वशक्तिमान परमेश्वर, तेरा धन्यवाद हो। तो आइए अपने सिरां ਨੂੰ ਝੁਕਾਵਾਂਗੇ, प्रार्थना करके सभा ਨੂੰ समाप्त करांगे। सर्वशक्तिमान पिता परमेश्वर, असीं तेरे धन्नवादी हां अज दे सुंदर समय दे लई, सभा दे लई। तेरी कृपा, तेरा फजल, तेरा अनुग्रह साडे नाल रहा पिता। अज दे सुंदर समय तू सानू संभालिया, लैके आया, मदद की पिता। जो भी गीत भजन गाए गए, जो आराधना प्रार्थना की गई, सब तुहानू तुहाडे तीसरे स्वर्ग ते कबूल होण। और पिता अज दे वचन दे लई भी तेरा धन्नवाद करदे आ। जो करी फेर अपने वचनां द्वारा तू साडे नाल बोले और गलबात कीती, ताकि असीं सुणन विच तेज, बोलण च धीमे और क्रोध विच धीमे हो जाइए, और अपने अंदरों सारी बुराई नूं कढ के इन्हां वचनां नूं नरमाई दे नाल कबूल करिए पिता।
ਤਾਂ ਕਿ ਤੇਰੇ ਵਚਨ ਸਾਡੇ ਜੀਵਨ 'ਚ ਉੱਗਣ ਵਧਣ ਔਰ 100 ਗੁਣਾ ਫਲ ਲੈ ਕੇ ਆਉਣ ਪਿਤਾ। ਮੈਂ ਪ੍ਰਾਰਥਨਾ ਕਰਦਾ ਤੇਰੇ ਬੱਚਿਆਂ ਨੇ ਜੋ ਇੱਥੇ ਬੈਠ ਕੇ ਜਿਨ੍ਹਾਂ ਵਚਨ ਸੁਣਿਆ, ਜਿਨ੍ਹਾਂ ਨੇ ਮੋਬਾਈਲ ਦੇ ਦੁਆਰਾ ਇਹਨਾਂ ਵਚਨਾਂ ਨੂੰ ਸੁਣਿਆ ਆ, ਤੂੰ ਸਭਨਾਂ ਨੂੰ ਆਸ਼ੀਸ਼ ਦੇਈਂ, ਬਰਕਤ ਦੇਈਂ। ਤੇਰੀ ਕਿਰਪਾ ਫਜ਼ਲ ਹਮੇਸ਼ਾ ਤੇਰੇ ਆਉਣ ਤੱਕ ਸਭਨਾਂ ਦੇ ਨਾਲ ਬਣਿਆ ਰਵੇ। ਧੰਨਵਾਦੀਆਂ, ਇਸ ਸਭਾ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਤੁਸੀਂ ਚਲਾਇਆ। ਤੁਹਾਡੀ ਕਿਰਪਾ ਫਜ਼ਲ ਬਣੀ ਰਹੀ। ਤੇਰੀ ਮਹਿਮਾ ਦੇ ਗੀਤ ਗਾਏ, ਤੇਰੀ ਆਵਾਜ਼ ਸੁਣੀ, ਸਭ ਗੱਲਾਂ ਲਈ ਤੇਰਾ ਧੰਨਵਾਦ ਪਿਤਾ। ਬਾਕੀ ਗਾਂ ਦੇ ਵੀ ਅਗਲੇ ਪ੍ਰੋਗਰਾਮਾਂ ਨੂੰ ਤੇਰੇ ਜੋਰਾ ਬਰਥਾ ਸੌਂਪਦੇ ਤੇਰੇ ਬੇਟੇ ਆਪਣੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦੀ ਹਾਂ। ਅੱਜ ਫਿਰ ਪ੍ਰਭੂ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਫਿਰ ਵੀਰਵਾਰ 11 ਵਜੇ ਪਰਮੇਸ਼ਰ ਦੇ ਵਚਨਾਂ ਨੂੰ ਅਸੀਂ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ, ਆਮੀਨ।